खालिस्तान बना के रहेंगे। खालिस्तान खालिस्तान जिंदाबाद खालिस्तान जिंदाबाद खालिस्तान जिंदाबाद दिया बोलन फ्राइहाइट दिया बोलन फ्राइहाइट उनसे हाइमत फ्राइहाइट उनसे हाइमत फ्राइहाइट इंडिश आर्मी टेररिस्ट इंडिश आर्मी टेररिस्ट इंडिश regierung टेररिस्ट इंडिश regierung टेररिस्ट unsere Heimat फ्राइहाइट unsere Heimat फ्राइहाइट indische Regierung टेररिस्ट indische Regierung टेररिस्ट unsere Heimat फ्राइहाइट unsere Heimat फ्राइहाइट wir wollen खालिस्तान wir wollen खालिस्तान indische Army टेररिस्ट indische Army टेररिस्ट indische Army टेररिस्ट wir wollen खालिस्तान Khalistan जिंदाबाद Khalistan जिंदाबाद Khalistan जिंदाबाद wir wollen खालिस्तान unsere Heimat खालिस्तान unsere Heimat खालिस्तान ਖਾਲਿਸਤਾਨ जिंदाबाद ਨੂੰ ਖਾਲਸਾ ਪੰਥ ਇਹ ਦੱਸਣ ਲਈ ਆਇਆ ਹੈ ਕਿ ਜਿਹੜੇ ਅੱਜ ਤੁਸੀਂ ਆਜ਼ਾਦੀ ਦਾ ਜਸ਼ਨ ਮਨਾ ਰਹੇ ਹੋ ਸਿੱਖ ਪੰਥ ਸਮੂਹ ਖਾਲਸਾ ਪੰਥ ਤੁਹਾਡੇ ਇਹਨਾਂ ਆਜ਼ਾਦੀ ਜਸ਼ਨਾਂ ਦਾ ਬਾਈਕਾਟ ਕਰਦਾ ਹੋਇਆ ਜੋ ਕਾਲੇ ਦਿਨ ਦੇ ਤੌਰ ਤੇ ਤੁਹਾਡੇ ਇਹ ਇੰਡੀਆ ਹਾਊਸ ਦੇ ਸਾਹਮਣੇ ਅੱਜ ਗਰਜ ਰਿਹਾ ਹੈ ਅਤੇ ਤੁਹਾਨੂੰ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਤੁਸੀਂ ਜਿਹੜੇ ਸਿੱਖਾਂ ਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਉਹਨਾਂ ਨੂੰ ਤੁਸੀਂ ਦੁਬਾਰਾ ਫਿਰ ਆਪਣੀ ਚਾਣਕੀਆ ਨੀਤੀਆਂ ਰਾਹੀਂ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ ਅਤੇ ਪੂਰੇ ਭਾਰਤ ਦੇ ਵਿੱਚ ਸਿੱਖਾਂ ਅਤੇ ਹੋਰ ਜੋ ਘੱਟ ਗਿਣਤੀਆਂ ਹਨ ਜੋ ਉਹਨਾਂ ਦੇ ਹੱਕ ਸਨ ਜੋ ਉਹਨਾਂ ਦੇ ਆਪਣਾ ਰਾਈਟ ਸੀ ਉਹਨਾਂ ਨੂੰ ਤੁਸੀਂ ਦਬਾ ਕੇ ਉਹਨਾਂ ਦੇ ਉੱਤੇ ਜੋ ਅਤਿਆਚਾਰ ਕਰਕੇ ਉਹਨਾਂ ਦੇ ਉੱਤੇ ਜੋ ਤੁਸੀਂ ਜ਼ੁਲਮ ਕਰਕੇ ਉਹਨਾਂ ਨੂੰ ਤੁਸੀਂ ਜੋ ਗੁਲਾਮ ਬਣਾਇਆ ਹੋਇਆ ਹੈ ਅਤੇ ਸਿੱਖ ਕੌਮ ਨੇ ਤਹੱਈਆ ਕੀਤਾ ਹੈ ਕਿ ਜਿੰਨਾ ਚਿਰ ਅਸੀਂ ਆਪਣਾ ਆਜ਼ਾਦ ਘਰ ਖਾਲਿਸਤਾਨ ਬਣਾ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਤੁਹਾਡੇ ਇਹ ਆਜ਼ਾਦੀ ਜਸ਼ਨਾਂ ਦੇ ਜੋ ਤੁਸੀਂ ਇਹ ਜਸ਼ਨ ਮਨਾ ਰਹੇ ਹਾਂ ਸਿੱਖ ਕੌਮ ਇਸ ਦਾ ਬਾਈਕਾਟ ਕਰਦਾ ਹੋਇਆ ਤੁਹਾਡੇ ਯਤਨਾਂ ਦਾ ਤੁਹਾਡੇ ਆਜ਼ਾਦੀ ਜਸ਼ਨਾਂ ਦਾ ਵਿਰੋਧ ਕਰਦਾ ਹੋਇਆ ਇਸ ਦਿਨ ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾਏਗਾ ਜਿੰਨਾ ਚਿਰ ਤੁਸੀਂ ਸਿੱਖਾਂ ਦੇ ਉੱਤੇ ਤਸ਼ੱਦਦ ਕਰਦੇ ਹੋ ਜਿੰਨਾ ਤੁਸੀਂ ਕੌਮ ਨੂੰ ਹੋਰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਉਨੀ ਹੀ ਕੌਮ ਹੋਰ ਨਿੱਗਰ ਕੇ ਸਾਹਮਣੇ ਆ ਰਹੀ ਹੈ ਅੱਜ ਜੋ ਪੰਜਾਬ ਦੀ ਧਰਤੀ ਦੇ ਉੱਤੇ ਵੀ ਤੁਹਾਡੇ ਜਸ਼ਨਾਂ ਦਾ ਇਹ ਭਾਰਤੀ ਜਸ਼ਨਾਂ ਦਾ ਜੋ ਵੱਡੇ ਪੱਧਰ ਦੇ ਉੱਤੇ ਉੱਥੋਂ ਦੀਆਂ ਪੰਥਕ ਜਥੇਬੰਦੀਆਂ ਨੇ ਕਾਲੇ ਦਿਵਸ ਦੇ ਤੌਰ ਤੇ ਮਨਾਉਣ ਲਈ ਇੱਕ ਵੱਡਾ ਇਕੱਠ ਰੱਖਿਆ ਹੋਇਆ ਹੈ ਇਸੇ ਹੀ ਤਰ੍ਹਾਂ ਹੋਰ ਜੋ ਵੱਖ-ਵੱਖ ਕੰਟਰੀਆਂ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਜੋ ਵੀ ਸਿੱਖ ਕੌਮ ਗੈਰ ਅਤੇ ਅਣਖ ਦੀ ਜ਼ਿੰਦਗੀ ਨਾਲ ਰਹਿਣਾ ਚਾਹੁੰਦੀ ਹੈ ਉਹ ਤੁਹਾਡੇ ਇਹਨਾਂ ਸਰਕਾਰੀ ਜਸ਼ਨਾਂ ਦਾ ਬਾਈਕਾਟ ਕਰਦੀ ਹੋਈ ਅੱਜ ਆਪਣਾ ਰੋਹ ਪ੍ਰੋਟੈਸਟ ਵੱਖ-ਵੱਖ ਦੇਸ਼ਾਂ ਦੇ ਵਿੱਚ ਰੋਹ ਦੇ ਰਾਹੀਂ ਆਪਣੀ ਜੋ ਆਵਾਜ਼ ਬੁਲੰਦ ਕਰਦੀ ਹੈ ਅਤੇ ਸਮੁੱਚੀ ਦੁਨੀਆ ਭਰ ਦੇ ਲੋਕਾਂ ਨੂੰ ਇਹ ਦੱਸਣ ਦੇ ਲਈ ਲਾਮਬੰਦ ਹੈ ਕਿ ਕਿਸ ਤਰ੍ਹਾਂ ਤੁਸੀਂ ਸਿੱਖ ਕੌਮ ਦੇ ਉੱਤੇ ਅਤਿਆਚਾਰ ਕਰਕੇ ਜਿਹੜੀ ਕੌਮ ਨੇ 93% ਕੁਰਬਾਨੀਆਂ ਕਰਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਉਸੇ ਹੀ ਕੌਮ ਨੂੰ ਤੁਸੀਂ ਚਾਣਕੀਆਂ ਨੀਤੀਆਂ ਦੇ ਰਾਹੀਂ ਆਜ਼ਾਦੀ ਮਿਲਣ ਤੋਂ ਬਾਅਦ ਪਹਿਲਾ ਤੋਹਫਾ ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਅਤੇ ਜੇ ਬੋਲੀਆਂ ਦੇ ਆਧਾਰ ਤੇ ਸੂਬਿਆਂ ਦੀ ਗੱਲ ਆਈ ਤਾਂ ਪੰਜਾਬ ਨੂੰ ਪੰਜਾਬੀ ਬੋਲੀ ਜੋ ਕਿ ਇੱਕ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਹੋਇਆਂ ਤੁਸੀਂ ਇੱਕ ਲੰਗੜਾ ਸੂਬਾ ਪੰਜਾਬ ਦਿੱਤਾ ਅਤੇ ਉਸ ਤੋਂ ਬਾਅਦ ਤੁਸੀਂ ਜੋ ਸਿੱਖ ਕੌਮ ਦੇ ਉੱਤੇ ਜੂਨ 84 ਦੇ ਵਿੱਚ ਉਹ ਸਾਡੇ ਜੋ ਧਾਰਮਿਕ ਸਥਾਨ ਸਨ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਉੱਤੇ ਫੌਜਾਂ ਭੇਜ ਕੇ ਸਿੱਖ ਕੌਮ ਨਾਲ ਇੱਕ ਐਲਾਨੀਆ ਜੰਗ ਜੋ ਤੁਸੀਂ ਜੋ ਸ਼ੁਰੂ ਕੀਤੀ ਹੈ ਇਸ ਦਾ ਅੰਤ ਤੁਹਾਡਾ ਟੋਟੇ ਕਰਕੇ ਹਿੰਦੁਸਤਾਨ ਦੇ ਅਤੇ ਆਪਣਾ ਆਜ਼ਾਦ ਘਰ ਖਾਲਿਸਤਾਨ ਬਣਾ ਕੇ ਹੋਵੇਗਾ ਬੋਲੇ ਸੋ ਨਿਹਾਲ सत श्री अकाल ਖਾਲਿਸਤਾਨ जिंदाबाद ਖਾਲਿਸਤਾਨ जिंदाबाद ਲੈ ਕੇ ਰਹਾਂਗੇ खालिस्तान ਲੈ ਕੇ ਰਹਾਂਗੇ खालिस्तान ਅੱਜ ਤੁਸੀਂ ਸਿੱਖ ਕੌਮ ਦੇ ਰੋਹ ਤੋਂ ਡਰਦਿਆਂ ਹੋਇਆਂ ਤੁਸੀਂ ਜੋ ਆਪਣੇ ਆਜ਼ਾਦੀ ਦੇ ਜਸ਼ਨ ਤੁਸੀਂ ਆਪਣੇ ਚਮਚਿਆਂ ਰਾਹੀਂ ਜਾਂ ਕੁਝ ਪਿੱਠੂਆਂ ਦੇ ਰਾਹੀਂ
ਸਵੇਰੇ ਸਵੇਰੇ ਜੋ ਤੁਸੀਂ ਇਹ ਆਪਣੇ ਤਿਰੰਗੇ ਨੂੰ ਸਲਾਮੀ ਦਿੰਦੇ ਹੋ, ਅੱਜ ਖਾਲਸਾ ਪੰਥ ਦਾ ਜੋ ਕੇਸਰੀ ਨਿਸ਼ਾਨ ਹੈ ਤੁਹਾਡੇ ਹਾਊਸ ਦੇ ਸਾਹਮਣੇ ਲਹਿਰਾ ਰਿਹਾ ਹੈ, ਖਾਲਿਸਤਾਨ ਦਾ ਝੰਡਾ। ਅਤੇ ਜੋ ਤੁਹਾਡੇ ਇਸ ਆਜ਼ਾਦੀ ਜਸ਼ਨਾਂ ਦੀਆਂ ਜੇ ਕਾਲੇ ਆਹ ਝੰਡੀਆਂ ਦੇ ਰਾਹੀਂ ਸਿੱਖ ਪੰਥ ਜੋ ਤੁਹਾਡਾ ਇਹ ਵਿਰੋਧ ਕਰਦਾ ਹੋਇਆ, ਇਹ ਦਰਸਾ ਰਿਹਾ ਹੈ ਕਿ ਸਿੱਖ ਕੌਮ ਆਪਣੇ ਬਣਦੇ ਹੱਕਾਂ ਤੱਕ, ਆਪਣੀ ਆਜ਼ਾਦੀ ਤੱਕ ਆਪਣਾ ਜੋ ਸੰਘਰਸ਼ ਹੈ ਉਹ ਜਾਰੀ ਰੱਖੇਗੀ। ਅਤੇ ਜੋ ਸਿੱਖ ਕੌਮ ਨੂੰ ਭਲੀ ਭਾਂਤ ਤੁਸੀਂ ਜੋ ਜਾਣਦੇ ਹੋ ਕਿ ਜੇਕਰ ਤੁਸੀਂ ਸਿੱਖ ਕੌਮ ਨੂੰ ਆਜ਼ਾਦ ਨਾ ਕੀਤਾ ਤਾਂ ਤੁਹਾਨੂੰ ਵੀ ਜੋ ਇਹ ਆਜ਼ਾਦੀ ਦਾ ਨਿੱਘ ਹੈ ਇਹ ਅਸੀਂ ਮਾਣਨ ਨਹੀਂ ਦੇਵਾਂਗੇ। ਤੁਹਾਨੂੰ ਇਹ ਦਰਵਾਜ਼ੇ ਬੰਦ ਕਰਕੇ ਅੰਦਰ ਵੜ ਕੇ ਇਹ ਤੁਸੀਂ ਖਾਲਸਾ ਪੰਥ ਦਾ ਜੋ ਹੈ ਰੋਹ ਦਾ ਵਿਦਰੋਹ ਦਾ ਸਾਹਮਣਾ ਕਰਨਾ ਪਊਗਾ। ਸੋ ਬਿਹਤਰ ਇਹੀ ਹੈ ਕਿ ਸਿੱਖ ਕੌਮ ਅਤੇ ਹੋਰ ਜੋ ਉੱਥੇ ਘੱਟ ਗਿਣਤੀਆਂ ਹਨ ਜੋ ਅੱਜ ਵੱਖ-ਵੱਖ ਸੂਬਿਆਂ ਦੇ ਵਿੱਚ ਤੁਹਾਡੇ ਇਹ ਜ਼ਬਰ ਜ਼ੁਲਮ ਦੀ ਆਵਾਜ਼ ਬੁਲੰਦ ਕਰਦੀਆਂ ਹਨ, ਉਹਨਾਂ ਦਾ ਬਣਦਾ ਹੱਕ ਜੋ ਉਹਨਾਂ ਦਾ ਆਪਣੇ ਰਾਜ ਭਾਗ ਹਨ, ਆਜ਼ਾਦ ਰਾਜ ਜਿਹੜਾ ਕਿ ਤੁਹਾਡੇ ਵੱਡੇ ਵਡੇਰਿਆਂ ਨੇ, ਤੁਹਾਡੇ ਜੋ ਇਹ ਗਾਂਧੀ ਟੋਪੀ ਵਾਲੇ ਲੀਡਰ ਸਨ, ਇਹਨਾਂ ਨੇ ਸਿੱਖ ਕੌਮ ਨਾਲ ਆਜ਼ਾਦੀ ਤੋਂ ਪਹਿਲਾਂ ਜੋ ਵਾਅਦਾ ਵੀ ਕੀਤਾ ਸੀ ਕਿ ਆਜ਼ਾਦ ਹੋਣ ਤੋਂ ਬਾਅਦ ਸਿੱਖ ਕੌਮ ਨੂੰ ਇੱਕ ਉੱਤਰੀ ਭਾਰਤ ਦੇ ਵਿੱਚ ਇੱਕ ਆਜ਼ਾਦ ਖਿੱਤਾ ਦੇਸ਼ ਦਿੱਤਾ ਜਾਵੇਗਾ ਜਿੱਥੇ ਸਿੱਖ ਕੌਮ ਆਜ਼ਾਦੀ ਦਾ ਨਿੱਘ ਮਾਣ ਸਕੇ। ਲੇਕਿਨ ਆਜ਼ਾਦੀ ਮਿਲਣ ਤੋਂ ਬਾਅਦ ਸਿੱਖ ਕੌਮ ਨੂੰ ਤੁਸੀਂ ਦਿੱਤੀਆਂ ਗੋਲੀਆਂ, ਸਿੱਖ ਕੌਮ ਦੇ ਨੌਜਵਾਨਾਂ ਨੂੰ ਕਾਲ ਕੋਠੜੀਆਂ ਅਤੇ ਫਾਂਸੀਆਂ ਦੇ ਤਖਤਾਂ ਦੇ ਉੱਤੇ ਲਟਕਾਇਆ। ਇਹੀ ਜੋ ਤੁਸੀਂ ਕਾਲੇ ਅੰਗਰੇਜ਼ਾਂ ਦੇ ਵਾਂਗੂ ਆ ਸਿੱਖ ਕੌਮ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਤੇ ਅਸੀਂ ਆਪਣੀ ਆਜ਼ਾਦੀ ਮਿਲਣ ਤੱਕ ਆਪਣਾ ਸੰਘਰਸ਼ ਜੋ ਖਾਲਿਸਤਾਨ ਦਾ ਹੈ ਉਹ ਸਿੱਖ ਕੌਮ ਜਾਰੀ ਰੱਖੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਮੈਂ ਹਿੰਦੁਸਤਾਨ ਦੇ ਅਕਿਰਤ ਘਣ ਹਾਕਮਾਂ ਦੇ ਕਰਿੰਦਿਓ, ਆਪਣੇ ਮਾਲਕਾਂ ਨੂੰ ਅੱਜ ਸੁਨੇਹਾ ਦੇ ਦਿਓ ਕਿ 130 ਕਰੋੜ ਦੀ ਆਬਾਦੀ ਵਾਲਾ ਇਹ ਹਿੰਦੁਸਤਾਨ ਜੋ ਅੱਜ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਹੈ ਤੇ ਉੱਥੇ ਵਸਣ ਵਾਲੀ ਤੇ ਦੇਸ਼ਾਂ ਵਿਦੇਸ਼ਾਂ ਵਿੱਚ 30 ਮਿਲੀਅਨ ਦੀ ਵਸੋਂ ਵਾਲੀ ਸਿੱਖ ਕੌਮ ਤੁਹਾਡੇ ਇਹਨਾਂ ਆਜ਼ਾਦੀ ਦੇ ਜਸ਼ਨਾਂ ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾ ਰਹੀ ਹੈ, ਕਿਉਂਕਿ ਇਸ ਆਜ਼ਾਦੀ ਦੇ ਜਸ਼ਨਾਂ ਨੂੰ ਮਨਾਉਣ ਤੋਂ ਪਹਿਲਾਂ ਤੁਹਾਨੂੰ ਸ਼ਰਮ ਜਿਹੀ ਆਉਣੀ ਚਾਹੀਦੀ ਸੀ ਕਿ ਜੋ ਤੁਸੀਂ ਅੱਜ ਉਸ ਦੇਸ਼ ਵਿੱਚ ਆਜ਼ਾਦੀ ਦੇ ਜਸ਼ਨ ਮਨਾ ਰਹੇ ਹੋ, ਪਰ ਉਸ ਦੇ ਪੈਰਲਲ ਜੋ ਉੱਥੇ ਘੱਟ ਗਿਣਤੀਆਂ ਹਨ, ਚਾਹੇ ਉਹ ਕਸ਼ਮੀਰ ਹੋਵੇ, ਚਾਹੇ ਉਹ ਪੰਜਾਬ ਹੋਵੇ, ਚਾਹੇ ਉਹ ਨਾਗਾਲੈਂਡ ਹੋਵੇ, ਚਾਹੇ ਉਹ ਮਨੀਪੁਰ ਹੋਵੇ, ਉਹ ਤੇ ਚਾਹੇ ਉੱਥੇ ਇਸਲਾਮ ਵਾਲੇ ਹੋਣ, ਉਹ ਸਾਰੇ ਹੀ ਤੁਹਾਡੇ ਇਹਨਾਂ ਜਸ਼ਨਾਂ ਦੇ ਸਤਾਏ ਹੋਏ ਦਲਿਤ ਹੋਣ। ਉਹ ਦਲਿਤ ਵੀ ਅੱਜ ਤੁਹਾਡੀ ਇਸ ਖੋਤੀ ਆਜ਼ਾਦੀ ਦੇ ਖਿਲਾਫ, ਇਸ ਮਨੂਵਾਦੀ ਆਜ਼ਾਦੀ ਦੇ ਖਿਲਾਫ ਆਪਣੇ ਰੋਹ ਦਾ ਪ੍ਰਗਟਾਵਾ ਕਰ ਰਹੇ ਹਨ। ਤੁਹਾਡੇ ਦਿਲ ਵਿੱਚ ਇਹ ਭੁਲੇਖਾ ਸੀ ਕਿ ਅਸੀਂ ਫੌਜਾਂ ਦੇ ਜ਼ੋਰ ਦੇ ਨਾਲ ਘੱਟ ਗਿਣਤੀਆਂ ਨੂੰ ਦਬਾ ਲਵਾਂਗੇ। ਅੱਜ 35-36 ਦਿਨ ਹੋ ਗਏ ਤੁਹਾਡੀਆਂ ਉਹ ਫੋਰਸਾਂ ਕਸ਼ਮੀਰ ਦੇ ਵਿੱਚ ਉਸ ਕਸ਼ਮੀਰ ਦੀ ਜੰਗੇ ਆਜ਼ਾਦੀ ਦੇ ਜਰਨੈਲ ਬੁਰਹਾਨ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੇ ਤੁਹਾਡੀਆਂ ਫੌਜਾਂ ਦੀ ਇੱਕ ਨਹੀਂ ਚੱਲਣ ਦਿੱਤੀ। ਉਹ ਅੱਜ ਵੀ ਕਸ਼ਮੀਰ ਦੇ ਵਿੱਚ ਤੁਸੀਂ ਕਰਫਿਊ ਲਾ ਕੇ ਉਹਨਾਂ ਨੂੰ ਘਰਾਂ ਵਿੱਚ ਬੰਦ ਕੀਤਾ ਹੋਇਆ ਹੈ। ਉਹ ਤੁਹਾਡੇ ਇਹਨਾਂ ਜਸ਼ਨਾਂ ਦਾ ਪੂਰਨ ਬਾਈਕਾਟ ਕਰ ਚੁੱਕੇ ਹਨ। ਇਸੇ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਤੇ ਜੋ ਆਪਣੇ ਵੱਖਰੇ ਦੇਸ਼ ਖਾਲਿਸਤਾਨ ਦੀ ਮੰਗ ਕਰ ਰਹੀਆਂ ਜਥੇਬੰਦੀਆਂ ਵੱਲੋਂ ਅੱਜ ਲੁਧਿਆਣੇ ਦੇ ਵਿੱਚ ਕਾਲੇ ਦਿਵਸ ਦੇ ਤੌਰ ਤੇ ਉੱਥੇ ਮਨਾਇਆ ਜਾ ਰਿਹਾ ਹੈ। ਹਿੰਦੁਸਤਾਨ ਦੇ ਕਿਰਤਕਣ ਹਾਕਮੋ, ਜਿੱਥੇ ਤੁਸੀਂ 130 ਕਰੋੜ ਆਬਾਦੀ ਵਾਲੇ ਜਸ਼ਨ ਮਨਾ ਰਹੇ ਹੋ, ਅੱਜ ਉਸ ਦੇ ਪੈਰਲਲ ਬਰਾਜ਼ੀਲ ਦੇ ਵਿੱਚ ਜੋ ਓਲੰਪਿਕ ਖੇਡਾਂ ਹੋ ਰਹੀਆਂ ਹਨ, ਉੱਥੇ ਤੁਸੀਂ ਇੱਕ ਤਗਮੇ ਨੂੰ ਵੀ ਤਰਸ ਰਹੇ ਹੋ। ਤੁਹਾਨੂੰ ਉੱਥੇ ਇੱਕ ਤਗਮਾ ਵੀ ਨਹੀਂ ਮਿਲਿਆ, ਪਰ ਤੁਹਾਨੂੰ ਸ਼ਰਮ ਨਹੀਂ ਆਉਂਦੀ। ਪਰ ਇਹ ਸਿੱਖ ਕੌਮ ਕਿਵੇਂ ਭੁੱਲ ਸਕਦੀ ਹੈ
ਆਪਣੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨੂੰ ਕਿਵੇਂ ਭੁੱਲ ਸਕਦੀ ਹੈ? ਦਿੱਲੀ ਦੇ ਵਿੱਚ ਸਿੱਖਾਂ ਦੀ ਨਵੰਬਰ ਵਿੱਚ ਖੇਡੀ ਹੋਈ ਹੋਲੀ ਨੂੰ ਇਹ ਸਿੱਖ ਕੌਮ ਕਿਵੇਂ ਭੁੱਲ ਸਕਦੀ ਹੈ? ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਤੇ ਇਹ ਕਿਵੇਂ ਭੁੱਲ ਸਕਦੀ ਹੈ? ਸਾਡੀ ਪੰਜਾਬ ਦੇ ਵਿੱਚ ਧੀਆਂ ਭੈਣਾਂ ਦੀ ਲੁੱਟੀ ਹੋਈ ਇੱਜ਼ਤ ਨੂੰ ਕਿਵੇਂ ਭੁੱਲ ਸਕਦੀ ਹੈ? ਇਹ ਜੋ ਸਾਡੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ ਉਹਨਾਂ ਸ਼ਹੀਦਾਂ ਨੂੰ ਅੱਜ ਜੋ ਮਰੀ ਹੋਈ ਜ਼ਮੀਰ ਵਾਲਾ ਜੋ ਸਿੱਖ ਹੋਊਗਾ ਉਹੀ ਤੁਹਾਡੇ ਇਹਨਾਂ ਜਸ਼ਨਾਂ ਦੇ ਵਿੱਚ ਭਾਗ ਲਊਗਾ ਜਾਂ ਜਿਸ ਨੇ ਭਾਗ ਲਿਆ ਹੋਊਗਾ। ਤੇ ਇਹ ਹਿੰਦੁਸਤਾਨ ਦੇ ਕਿਰਤਕਣ ਹਾਕਮੋ, ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਣਾ ਕਿ ਅੱਜ ਜੋ ਤੁਸੀਂ ਇੱਥੇ ਝੰਡੇ ਦੀ ਰਸਮ ਕੀਤੀ ਉਸ ਵਿੱਚ ਇੱਥੇ 7000 ਤੋਂ ਉੱਪਰ ਫਰੈਂਕਫਰਟ ਵਿੱਚ ਵਸਣ ਵਾਲੇ ਲੋਕ ਕਿੰਨੇ ਕੁ ਸ਼ਾਮਲ ਹੋਏ ਹਨ। ਪਰ ਸਿੱਖ ਕੌਮ ਜੋ ਆਜ਼ਾਦੀ ਦੀ ਗੱਲ ਕਰ ਰਹੀ ਹੈ ਉਹ ਆਪਣੀ ਆਵਾਜ਼ ਬੁਲੰਦ ਕਰਨ ਲਈ ਆਪਣੇ ਇੱਥੇ ਜਰਮਨ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੋਈ ਤੁਹਾਨੂੰ ਇਹ ਦੱਸਣ ਆਈ ਹੈ ਕਿ ਅਸੀਂ ਜਰਮਨ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਵੱਖਰੇ ਦੇਸ਼ ਖਾਲਿਸਤਾਨ ਦੀ ਆਜ਼ਾਦੀ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਅਸੀਂ ਇਸ ਤੁਹਾਡੇ ਤਿਰੰਗੇ ਤੇ ਤੁਹਾਡੇ ਇਸ ਆਜ਼ਾਦੀ ਜਸ਼ਨਾਂ ਤੇ ਤੁਹਾਨੂੰ ਲਾਂਟ ਭੇਜਦੇ ਹਾਂ ਅਤੇ ਨਾਲ ਹੀ ਅੱਜ ਇਹ ਵੀ ਆਪ ਨੂੰ ਸੁਨੇਹਾ ਦੇਣ ਆਏ ਹਾਂ ਕਿ ਜੋ ਅੱਜ ਤੁਸੀਂ ਆਪਣੇ ਏਲਚੀਆਂ ਰਾਹੀਂ ਸਿੱਖ ਕੌਮ ਦੀਆਂ ਜਥੇਬੰਦੀਆਂ ਨੂੰ ਇਹ ਸੁਨੇਹਾ ਭੇਜਦੇ ਹੋ ਕਿ ਸਾਡਾ ਅੰਬੈਸਡਰ ਜੋ ਤੁਹਾਡਾ ਕਰਿੰਦਾ ਬੇਸ਼ੱਕ ਉਹ ਸਿੱਖੀ ਸਰੂਪ ਵਿੱਚ ਹੀ ਹੋਵੇ ਉਹ ਤੁਹਾਨੂੰ ਇਹ ਸੁਨੇਹਾ ਦੇ ਰਿਹਾ ਕਿ ਜਥੇਬੰਦੀਆਂ ਨੂੰ ਬਹਾਲ ਕੇ ਮੈਂ ਗੱਲ ਕਰਨੀ ਚਾਹੁੰਦਾ ਕਿ ਜਥੇਬੰਦੀਆਂ ਬੈਠ ਕੇ ਗੱਲ ਕਰ ਲੈਣ। ਸ਼ਾਇਦ ਉਹ ਤੁਹਾਡੇ ਏਲਚੀ ਨੇ ਤੁਹਾਨੂੰ ਸੁਨੇਹਾ ਨਾ ਦਿੱਤਾ ਹੋਵੇ ਪਰ ਅਸੀਂ ਤੁਹਾਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਵੀ ਗੱਲ ਤੋਂ ਭਾਜੂ ਨਹੀਂ। ਅਸੀਂ ਤੁਹਾਡੇ ਉਸ ਏਲਚੀ ਨੂੰ ਸੁਨੇਹਾ ਦਿੱਤਾ ਕਿ ਆਪਣੇ ਮਾਲਕਾਂ ਨੂੰ ਜਾ ਕੇ ਇਹ ਸੁਨੇਹਾ ਦੇ ਦੇਈ ਕਿ ਇਹ ਮੀਡੀਆ ਦੇ ਸਾਹਮਣੇ ਕਿਸੇ ਵੀ ਮੀਡੀਆ ਦੇ ਸਾਹਮਣੇ ਜੋ ਕੋਈ ਵੀ ਟਾਈਮ ਰੱਖ ਕੇ ਸਿੱਖ ਕੌਮ ਦੀਆਂ ਜਥੇਬੰਦੀਆਂ ਆਪਣੇ ਖਾਲਿਸਤਾਨੀ ਝੰਡੇ ਦੇ ਹੇਠ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹੈ ਪਰ ਉਹ ਗੱਲ ਬੰਦ ਕਮਰਿਆਂ ਦੇ ਵਿੱਚ ਨਹੀਂ ਹੋਵੇਗੀ, ਉਹ ਗੱਲ ਮੀਡੀਆ ਦੇ ਸਾਹਮਣੇ ਹੋਵੇਗੀ। ਤੁਸੀਂ ਆਪਣੇ ਦੇਸ਼ ਹਿੰਦੁਸਤਾਨ ਦੇ ਝੰਡੇ ਥੱਲੇ ਆਓ ਤੇ ਸਿੱਖ ਕੌਮ ਆਪਣੇ ਖਾਲਿਸਤਾਨੀ ਝੰਡੇ ਦੇ ਹੇਠ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਗੱਲ ਕਰਨ ਨੂੰ ਤਿਆਰ ਆ। ਇਹ ਸ਼ਾਇਦ ਤੁਹਾਡੇ ਏਲਚੀ ਨੇ ਸੁਨੇਹਾ ਨਾ ਦਿੱਤਾ ਹੋਵੇ, ਸਾਡਾ ਤੁਹਾਨੂੰ ਇਹ ਸੁਨੇਹਾ ਆ। ਬੇਸ਼ੱਕ ਅਸੀਂ ਹੁਣ ਵੀ ਇੱਥੇ ਖਾਲਿਸਤਾਨੀ ਝੰਡੇ ਦੇ ਥੱਲੇ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਆ। ਇਹ ਆਪਣਾ ਕੰਨ ਖੋਲ ਕੇ ਸੁਣ ਲਓ, ਜੋ ਤੁਸੀਂ ਸਿੱਖ ਕੌਮ ਦੇ ਆਪਣੇ ਉਹਨਾਂ ਡਰਾਵਿਆਂ ਆਪਣੇ ਕੋਝੇ ਹਥਿਆਰਾਂ ਰਾਹੀਂ ਜਾਂ ਆਪਣੇ ਉਹਨਾਂ ਏਲਚੀਆਂ ਤੇ ਦਲਾਲਾਂ ਰਾਹੀਂ ਜੋ ਸਿੱਖ ਕੌਮ ਆਪਣੇ ਹੱਕਾਂ ਹਿੱਤਾਂ ਲਈ ਮੁਜ਼ਾਹਰੇ ਕਰਦੀ ਆ ਉਹਨਾਂ ਨੂੰ ਮੁਜ਼ਾਹਰਿਆਂ ਤੋਂ ਹਟਾਉਣ ਲਈ ਜਾਂ ਹੋਰ ਤਰ੍ਹਾਂ ਦਾ ਸਿੱਖਾਂ ਦੇ ਵਿੱਚ ਭਰਮ ਭੁਲੇਖਾ ਪਾਉਣ ਲਈ ਉਹਨਾਂ ਦੀ ਵਰਤੋਂ ਕਰ ਰਹੇ ਹੋ। ਇਹ ਤੁਹਾਡਾ ਵਹਿਮ ਹੈ ਕਿ ਜੋ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸਿੱਖ ਆ ਉਹ ਕਦੇ ਵੀ ਆਪਣੀ ਜ਼ਮੀਰ ਨੂੰ ਵੇਚੇਗਾ ਨਹੀਂ, ਉਹੀ ਜ਼ਮੀਰ ਨੂੰ ਵੇਚੂਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਬਾਗੀ ਹੋਊਗਾ। ਇਹ ਹਿੰਦੁਸਤਾਨ ਦੇ ਕਿਰਤਕਾਨ ਹਾਕਮੋ, ਇਹ ਸਾਡਾ ਤੁਹਾਨੂੰ ਇੱਕ ਸੁਨੇਹਾ ਹੈ ਕਿ ਵਿਕਦੇ ਉਹ ਹਨ ਜੋ ਗਦਾਰ ਹੁੰਦੇ ਹਨ, ਜੋ ਆਪਣੀ ਕੌਮ ਦੇ ਨਾਲ, ਜੋ ਆਪਣੇ ਉਹਨਾਂ ਸ਼ਹੀਦਾਂ ਦੇ ਪਵਿੱਤਰ ਖੂਨ ਦੇ ਨਾਲ ਆਪਣੇ ਸਵਾਰਥਾਂ ਦੀ ਖਾਤਰ ਤੁਹਾਡੇ ਅੱਗੇ ਗੋਡੇ ਟੇਕ ਜਾਂਦੇ ਹਨ। ਪਰ ਜੋ ਜਗ ਦੀਆਂ ਜ਼ਮੀਰਾਂ ਵਾਲੇ ਹੁੰਦੇ ਹਨ, ਚਾਹੇ ਬੋਤਾ ਸਿੰਘ ਗਰਜਾ ਸਿੰਘ ਦਾ ਇਤਿਹਾਸ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਬੇਸ਼ੱਕ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਲਲਕਾਰ ਕੇ ਤੁਹਾਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਅੱਜ ਵੀ ਉਹੀ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਜੋ ਵਾਰਸ ਹਨ ਤੁਹਾਨੂੰ ਲਲਕਾਰ ਕੇ ਕਹਿੰਦੇ ਹਨ ਕਿ ਉਹਨਾਂ ਸ਼ਹੀਦਾਂ ਦੇ ਪਵਿੱਤਰ ਡੁੱਲੇ ਹੋਏ ਖੂਨ ਦੇ ਅਸੀਂ ਵਾਰਸ ਹਾਂ ਅਤੇ ਉਹਨਾਂ ਡੁੱਲੇ ਹੋਏ ਖੂਨਾਂ ਦੀ ਸਾਨੂੰ ਸੁਗੰਧ ਹੈ ਕਿ ਅਸੀਂ
ਆਪਣੀ ਆਜ਼ਾਦੀ ਦੇ ਸੰਘਰਸ਼ ਤੱਕ ਸਿੱਖ ਕੌਮ ਦੇ ਆਜ਼ਾਦ ਕਰ ਲਈ ਆਖਰੀ ਸਵਾਸਾਂ ਤੱਕ ਸੰਘਰਸ਼ ਕਰਦੇ ਰਹਾਂਗੇ ਤੇ ਸਿੱਖ ਕੌਮ ਦੇ ਉਹਨਾਂ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਤੁਹਾਡੇ ਰਾਸ਼ਟਰਪਤੀ ਨੂੰ ਲਿਖੀ ਹੋਈ ਚਿੱਠੀ, ਉਹ ਸਾਡਾ ਇੱਕ ਵਿਧਾਨ ਤੇ ਸੰਵਿਧਾਨ ਵੀ ਹੈ ਕਿ ਉਸਨੇ ਦੱਸਿਆ ਸੀ ਉਹ ਜਿਹੇ ਖਾਲਿਸਤਾਨ ਉਸ ਬੇਗਮਪੁਰੇ ਸ਼ਹਿਰ ਦੇ ਜਿਸ ਤੋਂ ਕੋਈ ਵੀ ਸਿੱਖ ਮੁਨਕਰ ਨਹੀਂ ਹੈ, ਉਹ ਆਪਣੇ ਇਸ ਆਜ਼ਾਦ ਖਾਲਿਸਤਾਨ ਲਈ ਸੰਘਰਸ਼ ਕਰਦੇ ਰਹਿਣਗੇ। ਇਹ ਦਿੱਲੀ ਦੇ ਕਿਰਤਗਣ ਹਾਕਮੋ, ਜੋ ਅੱਜ ਸਾਡੇ ਵੀਰ ਤੁਹਾਡੇ ਬੇਸ਼ੱਕ ਉਹ ਮੁਜ਼ਾਹਰੇ ਵਿੱਚ ਨਹੀਂ ਆਏ ਪਰ ਉਹ ਤੁਹਾਡੇ ਜਸ਼ਨਾਂ ਦਾ ਵੀ ਬਾਈਕਾਟ ਕਰਦੇ ਹਨ। ਇਹ ਮਤ ਸਮਝਿਓ ਕਿ ਉਹ ਤੁਹਾਡੇ ਨਾਲ ਹਨ, ਉਹ ਸਾਡੇ ਭਰਾ ਹਨ, ਉਹ ਸਿੱਖ ਕੌਮ ਦੇ ਨਾਲ ਖੜੇ ਹਨ ਤੇ ਆਖਰੀ ਸਵਾਸਾਂ ਤੱਕ ਅਸੀਂ ਆਜ਼ਾਦੀ ਦੇ ਸੰਘਰਸ਼ ਲਈ ਲੜਦੇ ਰਹਾਂਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ ਲੈ ਕੇ ਰਹਾਂਗੇ। ਖਾਲਿਸਤਾਨ ਨਾ ਹਿੰਦੂ ਨਾ ਹਿੰਦੁਸਤਾਨ ਬਣ ਕੇ ਰਹੇਗਾ ਖਾਲਿਸਤਾਨ, ਨਾ ਹਿੰਦੂ ਨਾ ਹਿੰਦੁਸਤਾਨ ਬਣ ਕੇ ਰਹੇਗਾ ਖਾਲਿਸਤਾਨ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਗੁਰਚਰਨ ਸਿੰਘ ਜੀ ਗਰਾਇਆ, ਜਿਨ੍ਹਾਂ ਨੇ ਬੜੇ ਹੀ ਵਿਸਤਾਰ ਸਹਿਤ ਦੱਸਿਆ ਹੈ ਕਿ ਕਿਸ ਤਰ੍ਹਾਂ ਤੁਸੀਂ ਸਿੱਖ ਕੌਮ ਦੇ ਉੱਤੇ ਜੋ ਜ਼ੁਲਮ ਕੀਤਾ ਹੈ, ਜੋ ਜ਼ਬਰ ਢਾਇਆ ਹੈ ਅਤੇ ਸਾਡੀ ਜੋ ਲੜਾਈ ਹੈ ਉਹ ਖਾਲਿਸਤਾਨ ਦੀ ਹੈ ਅਤੇ ਜੋ ਆਪਣਾ ਸੁਨੇਹਾ ਹੈ ਉਹਨਾਂ ਨੇ ਦੱਸਿਆ ਹੈ ਕਿ ਜਿਹੜੀਆਂ ਤੁਸੀਂ ਚਾਣਕੀਆਂ ਨੀਤੀਆਂ ਜੋ ਚੱਲਦੇ ਹੋ, ਜੋ ਤੁਸੀਂ ਸਿੱਖ ਕੌਮ ਦੇ ਭਰ ਭੁਲੇਖੇ ਪਾ ਕੇ ਆਪਣੀਆਂ ਗੱਲਾਂ ਬਾਤਾਂ ਵਿੱਚ ਲੈਣਾ ਚਾਹੁੰਦੇ ਹੋ, ਉਹ ਜੋ ਉਹਨਾਂ ਨੇ ਆਪਣੇ ਵਿਚਾਰਾਂ ਰਾਹੀਂ ਜੋ ਆਪਣਾ ਸੁਨੇਹਾ ਹੈ ਉਹ ਦਿੱਤਾ ਹੈ। ਸੋ ਹੁਣ ਮੈਂ ਬੇਨਤੀ ਕਰੂੰਗਾ ਬੱਬਰ ਖਾਲਸਾ ਦੇ ਜੋ ਪੁਰਾਣੇ ਆਗੂ ਭਾਈ ਸਤਨਾਮ ਸਿੰਘ ਜੀ ਬੱਬਰ, ਜੋ ਕਿ ਮੁੱਢਲੇ ਖਾਲਿਸਤਾਨੀਆਂ ਵਿੱਚੋਂ ਇੱਥੇ ਹਨ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਆ ਕੇ ਆਪਣੇ ਵਿਚਾਰ ਰੱਖਣ। ਭਾਈ ਸਤਨਾਮ ਸਿੰਘ ਜੀ ਬੱਬਰ ਕੀ ਫਤਿਹ। ਅੱਜ ਜੋ ਇੱਥੇ ਸਿੱਖ ਸੰਗਤਾਂ ਜੁੜੀਆਂ ਹਨ ਉਹ ਹਿੰਦੁਸਤਾਨ ਦੀ ਗੌਰਮੈਂਟ ਨੂੰ ਦੱਸ ਦੇਣਾ ਚਾਹੁੰਦੀਆਂ ਹਨ ਕਿ ਅਸੀਂ ਅਜੇ ਜਿਉਂਦੇ ਹਾਂ ਔਰ ਕੌਮ ਦੇ ਲਈ ਜੋ ਸੰਘਰਸ਼ ਵਿੱਢਿਆ ਹੋਇਆ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਾਥੀਆਂ ਦਾ, ਉਹਨੂੰ ਉਸੇ ਤਰ੍ਹਾਂ ਹੀ ਇਹ ਲੈ ਕੇ ਅੱਗੇ ਵਧਣਗੇ ਔਰ ਵਾਧੇ ਨੇ। ਜਿਹੜਾ ਹੱਕ ਲਿਆ ਕੌਮ ਨੇ ਲੈਣਾ ਹੈ ਉਹ ਕੌਮ ਨੇ ਲੈਣਾ ਹੀ ਲੈਣਾ ਹੈ। ਇਸ ਲਈ ਇਹ ਹਿੰਦੁਸਤਾਨ ਦੀ ਗੌਰਮੈਂਟ ਲਈ ਇੱਕ ਬਹੁਤ ਵੱਡੀ ਹਾਰ ਹੋਵੇਗੀ ਕਿ ਜਿਹੜੀ ਉਹ ਗੱਲ ਕਰਨ ਦੇ ਵੀ ਯੋਗ ਨਹੀਂ, ਜੋ ਇਹ ਗੱਲਾਂ ਕਰਦੇ ਨੇ ਕਿ ਅਸੀਂ ਗੱਲ ਕਰਨੀ ਚਾਹੁੰਦੇ ਹਾਂ, ਉਹ ਸਾਡੇ ਨਾਲ ਕਿਸੇ ਮੈਦਾਨ ਵਿੱਚ ਆਣ ਕੇ ਗੱਲ ਕਰਨ। ਅਸੀਂ ਤੜਕ ਤੌਰ ਤੇ ਇਸੇ ਤਰ੍ਹਾਂ ਇੱਥੇ ਸਾਲ ਦੇ ਵਿੱਚ 2 ਵਾਰ ਖੜੋ ਕੇ ਗੱਲਾਂ ਕਰਦੇ ਹਾਂ। ਇਹ ਗੱਲਾਂ ਕੌਮ ਦੇ ਸਾਹਮਣੇ ਹੋਣੀਆਂ ਚਾਹੀਦੀਆਂ ਹਨ, ਇਹ ਕੌਮ ਦੇ ਮੀਡੀਆ ਦੇ ਸਾਹਮਣੇ ਹੋਣੀਆਂ ਚਾਹੀਦੀਆਂ ਹਨ, ਜਿਹਦੇ ਨਾਲ ਕੌਮ ਨੂੰ ਤੇ ਸਭ ਲੋਕਾਂ ਨੂੰ ਪਤਾ ਲੱਗੇ। ਸੋ ਇਹਨਾਂ ਗੱਲਾਂ ਦੇ ਨਾਲ ਜੋ ਇਹ ਅੱਜ ਦਾ ਸੰਘਰਸ਼ ਹੈ ਉਹ ਉਸੇ ਤਰ੍ਹਾਂ ਹੀ ਚੱਲਦਾ ਹੈ ਜਿਵੇਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵਿਧਿਆ ਸੀ। ਸੋ ਅਸੀਂ ਇਹਨਾਂ ਸਾਰੇ ਹੀ ਅੱਜ ਦੇ ਹਾਲਾਤਾਂ ਮੁਤਾਬਕ ਜੋ ਹਿੰਦੁਸਤਾਨ ਦੀ ਗੌਰਮੈਂਟ ਤੋਂ ਇਹ ਆਸ ਕਰਦੇ ਹਾਂ ਕਿ ਜਿਹੜੀ ਗੌਰਮੈਂਟ ਇਹ ਹੈ ਇਹ ਧੋਖੇਬਾਜ਼ ਹੈ, ਫਰੇਬੀ ਹੈ, ਇਹ ਕੌਮ ਦੇ ਲਈ ਕਦੀ ਵੀ ਸੁਹਿਰਦ ਨਹੀਂ ਹੈ। ਸੋ ਆਓ ਅਸੀਂ ਇਹ ਸਾਰੇ ਅੱਜ ਇਹ ਦੱਸਣ ਲਈ ਇੱਥੇ ਇਕੱਤਰ ਹੋਏ ਹਾਂ ਕਿ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਲਈ ਲਾਮਬੰਦ ਹਾਂ ਤੇ ਉਹਦੇ ਲਈ ਜਦੋਜਹਿਦ ਕਰਦੇ ਹਾਂ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ ਲੈ ਕੇ ਰਹਾਂਗੇ, ਖਾਲਿਸਤਾਨ ਲੈ ਕੇ ਰਹਾਂਗੇ, ਖਾਲਿਸਤਾਨ ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੱਲ ਸਿਰਫ ਤੇ ਸਿਰਫ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਹੋਵੇਗੀ। ਤੁਸੀਂ ਹੋਰ ਜੋ ਚਾਲਾਂ ਚੱਲਦੇ ਹੋ ਉਹ ਚੱਲਣੀਆਂ ਬੰਦ ਕਰ ਦਿਓ, ਕਿਉਂਕਿ ਅੱਜ ਸਿੱਖ ਕੌਮ ਦਾ ਜੋ ਬੱਚਾ ਹੈ, ਸਿੱਖ ਕੌਮ ਦਾ ਬੱਚਾ ਜਾਗ ਉੱਠਿਆ ਹੈ।
ਉਹਨਾਂ ਨੂੰ ਪਤਾ ਹੈ ਕਿ ਤੁਸੀਂ ਕਿਸ ਤਰ੍ਹਾਂ ਜੋ ਆਜ਼ਾਦੀ ਤੋਂ ਪਹਿਲਾਂ ਵੀ ਸਿੱਖ ਕੌਮ ਨੂੰ ਭਰਮ ਭੁਲੇਖੇ ਪਾਏ ਸੀ ਤੇ ਅੱਜ ਵੀ ਤੁਸੀਂ ਉਹਨਾਂ ਭਰਮ ਭੁਲੇਖਿਆਂ ਵਿੱਚ ਕਈਆਂ ਨੂੰ ਲੈਣਾ ਚਾਹੁੰਦੇ ਹੋ। ਲੇਕਿਨ ਸਿੱਖ ਕੌਮ ਦਾ ਜੋ ਇੱਕ ਨਿਸ਼ਚਾ ਹੈ, ਸਿੱਖ ਕੌਮ ਇੱਕ ਦ੍ਰਿੜ ਇਰਾਦੇ ਦੇ ਉੱਤੇ ਕਾਇਮ ਹੈ ਕਿ ਜੇਕਰ ਸਾਡੀ ਜੋ ਲੜਾਈ ਹੈ, ਕਿਉਂਕਿ ਹੁਣ ਸਿੱਖ ਕੌਮ ਦੇ ਸ਼ਹੀਦਾਂ ਨੇ ਖਾਲਿਸਤਾਨ ਦੇ ਸੰਘਰਸ਼ ਲਈ ਜੋ ਆਪਣਾ ਖੂਨ ਡੋਲਿਆ ਹੈ ਅਤੇ ਉਸ ਨਿਸ਼ਾਨੇ ਤੋਂ ਘੱਟ ਕਿਸੇ ਵੀ ਪ੍ਰਕਾਰ ਦੀ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ। ਅਗਰ ਕੋਈ ਗੱਲਬਾਤ ਕਰਨੀ ਹੈ ਤੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਹੋਵੇਗੀ। ਹੁਣ ਮੈਂ ਬੇਨਤੀ ਕਰੂੰਗਾ ਭਾਈ ਗੁਰਵਿੰਦਰ ਸਿੰਘ ਜੀ ਗੋਲਡੀ, ਜੋ ਕਿ ਬੱਬਰ ਖਾਲਸਾ ਦੇ ਆਗੂ ਹਨ। ਭਾਈ ਗੁਰਵਿੰਦਰ ਸਿੰਘ ਜੀ ਗੋਲਡੀ। ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਏ ਹਾਂ 15 ਅਗਸਤ ਵਾਲੇ ਦਿਨ ਭਾਰਤ ਦੇ ਉਹਨਾਂ ਆਜ਼ਾਦੀ ਜਸ਼ਨਾਂ ਦਾ ਬਾਈਕਾਟ ਕਰਨ ਅਤੇ ਭਾਰਤ ਦੇ ਕਰਿੰਦਿਆਂ ਨੂੰ ਇਹ ਦੱਸਣ ਕਿ ਸਿੱਖ ਕੌਮ ਆਜ਼ਾਦੀ ਲਈ, ਸਿੱਖ ਕੌਮ ਭਾਰਤ ਵਿੱਚ ਗੁਰੂ ਸਾਹਿਬਾਨ ਦੇ ਦੱਸੇ ਹੋਏ ਰਾਹ ਤੇ ਚੱਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਉੱਥੇ ਹਲੇਮੀ ਰਾਜ ਦੀ ਸਥਾਪਨਾ ਲਈ ਜਦੋਂ ਜਹਿਦ ਕਰ ਰਹੀ ਹੈ। ਦੁਨੀਆ ਦੇ ਵਿੱਚ ਸਾਰੇ ਧਰਮਾਂ ਦੇ, ਸਾਰੀਆਂ ਸੋਚਾਂ ਦੇ, ਸਾਰੀਆਂ ਵਿਚਾਰਤਾਵਾਂ ਦੇ ਰਾਜ ਚੱਲ ਰਹੇ ਹਨ, ਦੇਸ਼ ਬਣੇ ਹੋਏ ਹਨ। ਪਰ ਸਿੱਖ ਜਿਨ੍ਹਾਂ ਨੇ ਕਦੇ ਹਿੰਦੁਸਤਾਨੀਆਂ ਤੇ ਭਰੋਸਾ ਕੀਤਾ ਸੀ ਤੇ ਸਾਡੇ ਆਗੂਆਂ ਨੇ ਨਾਲ ਰਹਿਣਾ ਸਹਿਮਤੀ ਪ੍ਰਗਟਾਈ ਸੀ, ਪਰ ਹਿੰਦੁਸਤਾਨੀਆਂ ਨੇ ਆਪਣੀ ਆਦਤ ਮੁਤਾਬਕ, ਆਪਣੇ ਧਰਮ ਗ੍ਰੰਥਾਂ ਮੁਤਾਬਕ ਸਿੱਖਾਂ ਨਾਲੋਂ ਧਰੋਹ ਕਮਾਇਆ ਤੇ ਸਿੱਖਾਂ ਦੇ ਜਰਨੈਲ ਆਗੂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਐਲਾਨ ਕੀਤਾ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਤੇ ਅਟੈਕ ਹੋਏਗਾ, ਭਾਰਤੀ ਫੌਜਾਂ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਪੈਰ ਧਰਨਗੀਆਂ, ਉਸ ਦਿਨ ਸਿੱਖ ਆਪਣਾ ਵੱਖਰਾ ਆਜ਼ਾਦ ਘਰ ਲੈਣ ਲਈ ਦ੍ਰਿੜ ਹੋਣਗੇ ਤੇ ਆਪਣੇ ਆਜ਼ਾਦ ਘਰ ਖਾਲਿਸਤਾਨ ਲਈ ਜਦੋਜਹਿਦ ਸ਼ੁਰੂ ਕਰਨਗੇ। ਹਜ਼ਾਰਾਂ ਸਿੱਖ ਨੌਜਵਾਨਾਂ ਨੇ, ਸਿੱਖ ਭਰਾਵਾਂ ਨੇ, ਮਾਤਾਵਾਂ ਨੇ ਸਿੱਖ ਰਾਜ ਲਈ ਖੂਨ ਡੋਲਿਆ ਹੈ। ਦੇਸ਼ ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਅੱਜ ਉਸੇ ਆਜ਼ਾਦ ਸਿੱਖ ਰਾਜ ਲਈ ਸੰਘਰਸ਼ ਕਰ ਰਹੀਆਂ ਹਨ, ਪਰ ਭਾਰਤ ਵਿਚਲੀਆਂ ਹਿੰਦੂ ਕੱਟੜਵਾਦ ਜਥੇਬੰਦੀਆਂ ਘੱਟ ਗਿਣਤੀਆਂ ਨੂੰ ਹਿੰਦੁਸਤਾਨ 'ਚ ਰਹਿਣ ਨਹੀਂ ਦੇਣਾ ਚਾਹੁੰਦੀਆਂ। ਉਹ ਸਾਰਿਆਂ ਨੂੰ ਹਿੰਦੂ ਬਣਾਉਣਾ ਚਾਹੁੰਦੀਆਂ ਹਨ। ਪਰ ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਉਸ ਸਮੇਂ ਬ੍ਰਾਹਮਣ ਨੂੰ ਦੱਸ ਦਿੱਤਾ ਸੀ, ਮੁਸਲਮਾਨ ਨੂੰ ਦੱਸਤਾ ਸੀ, ਜ਼ਾਲਮ ਹਾਕਮਾਂ ਨੂੰ ਦੱਸ ਦਿੱਤਾ ਸੀ ਵੀ 2 ਨਹੀਂ 3 ਪੰਥ ਇਸ ਦੁਨੀਆ ਤੇ ਚੱਲਣਗੇ, ਉਸੇ ਤਰ੍ਹਾਂ ਅੱਜ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਖਾਲਿਸਤਾਨ ਬਣੇਗਾ ਇੱਕ ਬਫਰ ਸਟੇਟ। ਜਿਸ ਤਰ੍ਹਾਂ ਅੱਜ ਵੀ ਹਿੰਦੁਸਤਾਨ ਦੇ ਬਰਾਬਰ ਇੱਕ ਇਸਲਾਮਿਕ ਝੰਡਾ ਸਾਹਮਣੇ ਇਮਾਰਤ 'ਚ ਝੂਲ ਰਿਹਾ, ਉਸੇ ਤਰ੍ਹਾਂ ਕਿਸੇ ਟਾਈਮ ਹਿੰਦੁਸਤਾਨ ਦੇ ਝੰਡੇ ਦੇ ਬਰਾਬਰ ਇੱਕ ਖਾਲਿਸਤਾਨ ਦਾ ਝੰਡਾ, ਖਾਲਸਾ ਰਾਜ ਦਾ ਝੰਡਾ ਝੂਲੇਗਾ। ਚਾਹੇ ਤੁਸੀਂ ਸਾਡੀ ਸ਼੍ਰੋਮਣੀ ਕਮੇਟੀ, ਅਕਾਲ ਤਖਤ ਅਤੇ ਬਾਦਲ ਵਰਗਿਆਂ ਨੂੰ ਆਪਣਾ ਦੁਬੇਲ ਬਣਾ ਲਿਆ ਹੈ, ਆਪਣੇ ਗੁਲਾਮ ਬਣਾ ਲਿਆ ਹੈ, ਪਰ ਉਸੇ ਪੰਜਾਬ ਦੀ ਪਵਿੱਤਰ ਧਰਤੀ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਸਰਬੱਤ ਖਾਲਸਾ ਸੱਦ ਕੇ ਆਜ਼ਾਦ ਜਥੇਦਾਰ ਥਾਪ ਕੇ ਤੁਹਾਨੂੰ ਚੈਲੰਜ ਕੀਤਾ ਹੈ। ਅੱਜ ਉਸੇ ਆਜ਼ਾਦ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਂ ਤੋਂ ਤੁਹਾਨੂੰ ਡਰ ਆਉਂਦਾ ਹੈ। ਜਥੇਦਾਰ ਤੁਹਾਨੂੰ ਆਪਣੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਤੁਹਾਡੇ 'ਚ ਉਹਨਾਂ ਨੂੰ ਛੱਡਣ ਦੀ ਜ਼ਰੂਰਤ ਨਹੀਂ। ਤੁਹਾਨੂੰ ਪਤਾ ਹੈ ਵੀ ਉਹ ਜਥੇਦਾਰ ਕੌਮ ਨੂੰ ਲਾਮਬੰਦ ਕਰੇਗਾ, ਕੌਮ ਇੱਕ ਕੇਸਰੀ ਝੰਡੇ ਥੱਲੇ ਇਕੱਠੀ ਹੋਏਗੀ ਤੇ ਖਾਲਿਸਤਾਨ ਦੇ ਮੰਜ਼ਿਲ ਵੱਲ ਵਧੇਗੀ। ਸਿੱਖ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਆਦੇਸ਼ਾਂ ਮੁਤਾਬਕ ਪੰਜਾਬ ਦੀ ਧਰਤੀ ਤੇ ਸਿੱਖ ਰਾਜ ਕਾਇਮ ਕਰਨਗੇ। ਦੁਨੀਆ ਨੂੰ ਦੱਸਿਆ ਜਾਵੇਗਾ ਜਿੱਥੇ ਹੋਰ ਮਾਡਲ, ਹੋਰ ਵਿਚਾਰਧਾਰਾਵਾਂ ਦੇ ਰਾਜ ਚੱਲ ਰਹੇ ਹਨ, ਉੱਥੇ ਸਿੱਖਾਂ ਦਾ ਰਾਜ ਕਿਹੋ ਜਿਹਾ ਹੋਏਗਾ। ਸਿੱਖ ਆਪਣਾ ਰਾਜ ਪੰਜਾਬ ਦੀ ਧਰਤੀ ਤੇ ਕਾਇਮ ਕਰਨਗੇ ਔਰ ਜਰਮਨ ਦੀਆਂ ਸਿੱਖ ਜਥੇਬੰਦੀਆਂ, ਖਾਲਿਸਤਾਨੀ ਜਥੇਬੰਦੀਆਂ ਉਸ ਰਾਜ ਲਈ ਦ੍ਰਿੜ ਸੰਕਲਪ ਹਨ ਅਤੇ
ਤੁਹਾਡੀ ਕੈਦ ਵਿੱਚ ਬੈਠੇ ਆਪਣੇ ਭਰਾਵਾਂ ਦਾ ਪੂਰਨ ਸਾਥ ਦਿੰਦੀਆਂ ਹਨ ਅਤੇ ਹਿੱਕ ਤਾਣ ਕੇ ਉਹਨਾਂ ਨਾਲ ਖੜਨਗੇ ਜੋ ਪੰਜਾਬ ਦੀ ਧਰਤੀ ਤੇ ਸਿੱਖ ਸੰਘਰਸ਼ ਕਰ ਰਹੇ ਹਨ ਸਿੱਖ ਰਾਜ ਲਈ। ਉਹਨਾਂ ਦੇ ਨਾਲ ਇਹ ਜਥੇਬੰਦੀਆਂ ਆਪਣੀ ਵਚਨਬੱਧਤਾ ਪ੍ਰਗਟਾਉਂਦੀਆਂ ਹਨ ਅਤੇ ਮੋਢੇ ਨਾਲ ਮੋਢਾ ਜੋੜ ਕੇ ਹਰ ਦੁੱਖ ਸੁੱਖ 'ਚ ਉਹਨਾਂ ਦੇ ਨਾਲ ਖੜਨਗੇ ਅਤੇ ਸ਼ਹੀਦ ਪਰਿਵਾਰਾਂ ਦੇ ਅਸੀਂ ਵਾਰਸ ਹਾਂ। ਅਸੀਂ ਉਹਨਾਂ ਦੀ ਜ਼ਿੰਮੇਵਾਰੀ ਲਈ ਹੈ। ਸਾਡਾ ਇਹ ਫਰਜ਼ ਬਣਦਾ ਅਸੀਂ ਸਾਡੇ ਭਰਾਵਾਂ ਦਾ ਡੁੱਲੇ ਖੂਨ ਦਾ ਹੱਕ ਲਵਾਂਗੇ। ਅਸੀਂ ਇਸ ਲਈ ਦ੍ਰਿੜ ਸੰਕਲਪ ਹਾਂ। ਬੋਲੇ ਸੋ ਨਿਹਾਲ। ਖਾਲਿਸਤਾਨ जिंदाबाद, खालिस्तान जिंदाबाद, राज करेगा, राज करेगा, पंथ की अकाल तख्त महान है, सिख पंथ दी शान है, अकाल तख्त महान है, सिख पंथ दी शान है। भाई जगतार सिंह हवारा, भाई जगतार सिंह हवारा, भाई जगतार सिंह तारा, भाई जगतार सिंह तारा, भाई परमजीत सिंह प्योरा, भाई परमजीत सिंह प्योरा, सरदार दलजीत सिंह बिट्टू, सरदार दलजीत सिंह बिट्टू, सरदार सिमरनजीत सिंह मान, सरदार सिमरनजीत सिंह मान, भाई नारायण सिंह चौड़ा, भाई नारायण सिंह चौड़ा, जथेदार भाई जगतार सिंह हवारा, भाई जगतार सिंह हवारा, सरदार सिमरनजीत सिंह मान, खालिस्तान, खालिस्तान लेके रहांगे। वी आर वोलन, वी आर वोलन, वी आर वोलन लेके रहांगे। देग तेग, देग तेग, पंथ की राज करेगा। वाहिगुरु जी का खालसा, वाहिगुरु जी की फतेह। सो ये सन भाई गुरविंदर सिंह जी गोल्डी ਬੱਬਰ ਖਾਲਸਾ वाले जिन्हों ने कि अपने विचारों राही जो अपना स्नेहा है वो दिता है अते अपने सिख कौम के जो नायक हैं, सिख कौम के जो हीरो हैं, जो आगू हैं, जिन्हों ने संघर्ष नूं अपने पिंडे के उत्ते हंडाया है अते उन्हां नूं याद किया है। सो इस ही तरह हुण प्रताप सिंह जी बब्बर जो वो कुछ शेरो शेरी अते जकारे छड्डणगे। अपनी खालसा जी गिणती भावें घट है लेकिन जदों कोई जकारा छड्डदा है उसका जवाब इन्ना गर्मजोशी विच देवो तद के इन्हां नूं अंदर बैठियां नूं कांबा लग जाए कि बाहर जो खालसा पंथ है वो साडे अज आजादी जश्नां दा बाईकाट कर रहा है, उन्हां नूं पता लग जाए। हुण मैं भाई प्रताप सिंह जो उन्हां नूं बेनती करूँगा कि वो आके अपने विचार रखण। सो निहाल परमजीत प्योरे दी ते जगतार सिंह हवारे दी बचपन तो यारी ओ भरनी भर्ती करने सूरमे सारे निहचा तारी ओ पै गया गदर पंजाब विच कर लो तैयारी। जालमो बहुत जुल्म ढालिया तुसां ने हुण तुहाडी वारी। बोले सो निहाल। ओ साग पात खाना ते टकाना विच जंगलां दे ओ अखां विचों नींद सी गवाई इसे खालसे ओ भजना पुआइयां जाके काबल ते कंधार ताईं मिट्टी विच गजनी मलाई इसे खालसे। अल्लाहू दे जिथे नारे वजदे सन दिने राती उत्थे भी जाके फतेह गजाई इसे खालसे। बोले सो निहाल। सो हुण मैं बेनती करूँगा श्रोमणी अकाली दल ਅੰਮ੍ਰਿਤਸਰ ਦੇ मुख सेवादार भाई सोहन सिंह कंग होना नूं कि वो आके अपने विचार साझे करन। भाई सोहन सिंह जी कंग। ਭਾਰਤੀ ਹਾਕਮੋ 15 ਅਗਸਤ ਦੇ ਜੋ ਆਜ਼ਾਦੀ ਦੇ ਜਸ਼ਨ ਤੁਸੀਂ ਮਨਾ ਰਹੇ ਹੋ, ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਇਸ ਆਜ਼ਾਦੀ ਵਾਸਤੇ ਤੁਸੀਂ ਕੀਤਾ ਕੀ ਹੈ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਕਿੰਨੀਆਂ ਕੁ ਤੁਹਾਡੀਆਂ ਕੁਰਬਾਨੀਆਂ ਨੇ। ਇਹ ਜਿਹੜਾ ਰਾਜ ਭਾਗ ਤੁਸੀਂ ਪ੍ਰਾਪਤ ਕੀਤਾ ਹੈ ਇਹ ਘੱਟ ਗਿਣਤੀ ਕੌਮਾਂ ਨਾਲ, ਖਾਸ ਕਰਕੇ ਸਿੱਖਾਂ ਨਾਲ ਵਿਸ਼ਵਾਸਘਾਤ, ਫਰੇਬ ਕਰਕੇ, ਧੋਖਾ ਕਰਕੇ ਇਹ ਸਾਰਾ ਕੁਝ ਕੀਤਾ ਹੈ। 800 ਸਾਲ ਗੁਲਾਮੀ ਦੀਆਂ ਜਜ਼ੀਰਾਂ ਵਿੱਚ ਵੱਜਣ ਵਾਲਾ ਹਿੰਦੁਸਤਾਨ, ਜਿਹਨੂੰ ਉਸ ਵੇਲੇ ਦੇ ਮੁਗਲ ਹਾਕਮ
ਥੁੱਕਣ ਵੇਲੇ ਵੀ ਕਹਿੰਦੇ ਸਨ ਕਿ ਮੂੰਹ ਅੱਡੋ ਅਸੀਂ ਥੁੱਕਣਾ ਹੈ। ਤੁਹਾਡੀ ਐਸੀ ਹਾਲਤ ਨਿੱਘਰੀ ਹੋਈ ਸੀ ਕਿ ਤੁਹਾਨੂੰ ਮੁਗਲ ਹਾਕਮਾਂ ਦਾ ਥੁੱਕ ਵੀ ਆਪਣੇ ਮੂੰਹ ਵਿੱਚ ਪਾਉਣਾ ਪੈਂਦਾ ਸੀ। ਤੁਹਾਡੀ ਐਸੀ ਨਿੱਘਰੀ ਹਾਲਤ 1 2 4 ਸਦੀਆਂ ਨਹੀਂ, ਇਹ 800 ਸਾਲ ਲਗਾਤਾਰ ਰਹੀ। ਅਸੀਂ ਇਹ ਦੱਸ ਦਈਏ, ਇਤਿਹਾਸ ਦੱਸਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਸੰਸਾਰ ਤੇ ਆਏ, ਉਹਨਾਂ ਨੇ ਇਸ ਜ਼ੁਲਮ ਦੇ ਖਿਲਾਫ ਆਵਾਜ਼ ਨੂੰ ਬੁਲੰਦ ਕੀਤਾ ਅਤੇ ਭਾਰਤ ਦੇ ਲੋਕਾਂ ਨੂੰ ਅਣਖ ਤੇ ਸਵੈ ਜੀਣ ਨਾਲ, ਆਜ਼ਾਦੀ ਨਾਲ ਜਿਉਣ ਦਾ ਨਾਅਰਾ ਦਿੱਤਾ। ਸਤਿਗੁਰਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਜਦੋਂ ਇਹ ਸਾਰਾ ਜ਼ੁਲਮ ਹੁੰਦਾ ਵੇਖਿਆ ਤਾਂ ਕਹਿਣਾ ਕੀਤਾ ਕਿ ਜੇ ਜੀਵੈ ਪਥ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਐਸਾ ਹੋਕਾ ਗੁਰੂ ਨਾਨਕ ਪਾਤਸ਼ਾਹ ਨੇ ਪੰਜਾਬ ਦੀ ਧਰਤੀ ਤੇ ਦਿੱਤਾ ਤੇ ਉਸ ਦੇਸ਼ ਦੇ ਲੋਕਾਂ ਵਿੱਚ ਨਵੀਂ ਰੂਹ ਫੂਕੀ। 10 ਜਾਮੇ ਸਾਡੇ ਗੁਰੂ ਸਾਹਿਬਾਂ ਨੇ ਇਸ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਬੜੀ ਘਾਲਣਾ ਘਾਲੀ, ਆਪਣੀਆਂ ਰਗਾਂ ਦਾ ਖੂਨ ਇਸ ਦੇਸ਼ ਦੀ ਆਜ਼ਾਦੀ ਵਾਸਤੇ ਪਾਇਆ। ਤੇ ਤੁਸੀਂ ਐਸੇ ਅਕਿਰਤ ਘਾਣੋ ਜਿਨ੍ਹਾਂ ਨੇ ਉਹਨਾਂ ਗੁਰੂਆਂ ਦੇ ਗੁਰਸਿੱਖਾਂ ਨੂੰ, ਉਸ ਕੌਮ ਨੂੰ ਅੱਜ ਦੁਨੀਆ ਭਰ ਵਿੱਚ ਅੱਤਵਾਦੀ, ਵੱਖਵਾਦੀ ਕਹਿ ਕੇ, ਦੇਸ਼ ਧਰੋਹੀ ਕਹਿ ਕੇ ਬਦਨਾਮ ਕਰਨਾ ਸ਼ੁਰੂ ਕੀਤਾ ਹੋਇਆ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਸਾਹਿਬਾਂ ਤੋਂ ਬਾਅਦ ਦਸਤੂਰ ਖਾਲਸੇ ਨੇ ਵੀ ਜ਼ੁਲਮ ਦੇ ਖਿਲਾਫ ਆਪਣਾ ਸੰਘਰਸ਼ ਜਾਰੀ ਰੱਖਿਆ। ਇਸ ਦੇ ਬਾਵਜੂਦ ਵੀ ਕਿ ਖਾਲਸੇ ਦੇ ਸਿਰਾਂ ਦੇ ਵੇਲੇ ਦੀ ਹਕੂਮਤ ਨੇ ਮੁੱਲ ਵੀ ਪਾਏ, ਚਰਖੜੀਆਂ ਤੇ ਚੜ੍ਹ ਗਏ, ਫਾਂਸੀਆਂ ਦੇ ਰੱਸਿਆਂ ਤੇ ਝੂਟੇ, ਆਪਣੇ ਤਨ ਚੀਰੇ ਆਰਿਆਂ ਨਾਲ ਚਰਵਾ ਲਏ, ਪਰ ਜ਼ਾਲਮ ਦੀ ਟੈ ਨਹੀਂ ਮੰਨੀ। ਉਸ ਜ਼ੁਲਮ ਦੇ ਖਿਲਾਫ ਸੰਘਰਸ਼ ਜਾਰੀ ਰੱਖਿਆ ਤੇ ਤੁਸਾਂ ਸਾਡੇ ਨਾਲ ਪੈਰ ਪੈਰ ਤੇ ਗੁਦਾਰੀਆਂ ਕੀਤੀਆਂ। ਜਦੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਤਾਂ ਵੀ ਉਸ ਵਿੱਚ ਤੁਹਾਡਾ ਦੋਗਲਾਪਣ ਸਾਡੇ ਸਾਹਮਣੇ ਆਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦ ਦੀ ਪੱਤ ਬਚਾਉਣ ਵਾਸਤੇ ਜਦੋਂ ਕੁਰਬਾਨੀ ਦਿੱਤੀ, ਉਸ ਵੇਲੇ ਵੀ ਤੁਹਾਡਾ ਦੋਗਲਾਪਣ, ਤੁਹਾਡੀ ਗਦਾਰੀ ਸਾਡੇ ਸਾਹਮਣੇ ਹੈ। ਸੋ ਇਸੇ ਤਰ੍ਹਾਂ ਸੰਘਰਸ਼ ਕਰਦੇ ਖਾਲਸੇ ਨੇ ਉਸ ਭਾਰਤ ਦੀ ਧਰਤੀ ਉੱਤੇ 1710 ਵਿੱਚ ਖਾਲਸਾ ਰਾਜ ਦੇ ਝੰਡੇ ਚਲਾਏ, ਮੁਗਲ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ। ਜਦੋਂ ਉਸ ਰਾਜ ਦੀ ਗੱਲ ਕਰਦੇ ਹਾਂ ਤਾਂ ਵੀ ਸਾਡੇ ਸਾਹਮਣੇ ਆਉਂਦਾ ਹੈ, ਇਤਿਹਾਸ ਦੱਸਦਾ ਹੈ ਕਿ ਤੁਹਾਡੀਆਂ ਗਦਾਰੀਆਂ ਕਰਕੇ ਖਾਲਸੇ ਦਾ ਰਾਜ 1710 ਵਿੱਚ ਵੀ ਜਾਂਦਾ ਲੱਗਾ। 1799 ਵਿੱਚ ਖਾਲਸੇ ਨੇ ਫਿਰ ਹੰਬਲਾ ਮਾਰਿਆ ਤੇ 50,000 ਵਰਗ ਮੀਟਰ ਇਸ ਧਰਤੀ ਉੱਤੇ, ਪੰਜਾਬ ਦੀ ਧਰਤੀ ਉੱਤੇ ਖਾਲਸੇ ਨੇ ਝੰਡੇ ਚਲਾਏ। ਇਤਿਹਾਸ ਗਵਾਹ ਹੈ ਕਿ ਤੁਹਾਡੇ ਭਰਤੀ ਟਕੇ ਟਕੇ ਨੂੰ ਹੋਏ ਡੋਗਰਿਆਂ ਨੇ ਫਿਰ ਸਾਡੇ ਨਾਲ ਗਦਾਰੀ ਕੀਤੀ ਤੇ ਸਿੱਖ ਆਜ਼ਾਦ ਰਾਜ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ। ਇੱਥੇ ਹੀ ਬਸ ਨਹੀਂ, ਉਸ ਤੋਂ ਬਾਅਦ ਇਸ ਗੱਲ ਦੀ ਗਵਾਹੀ ਸ਼ਾਹ ਮੁਹੰਮਦ ਵੀ ਭਰਦਾ ਹੈ। ਉਹ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਇਹ ਸਾਡੇ ਕਹਿਣ ਦੀ ਗੱਲ ਨਹੀਂ, ਉਸ ਵੇਲੇ ਦਾ ਲਿਖਾਰੀ ਕਹਿੰਦਾ ਹੈ ਕਿ ਭਾਵੇਂ ਅੰਗਰੇਜ਼ਾਂ ਨੇ ਸਿੱਖ ਰਾਜ ਤੇ ਕਬਜ਼ਾ ਕੀਤਾ, ਪਰ ਉਸ ਵੇਲੇ ਜਿਹੜੀ ਜੰਗ ਹੋਈ ਹੈ ਉਹ ਹਿੰਦੂਆਂ ਦੀ ਕੂਟਨੀਤੀ ਕਰਕੇ ਖਾਲਸੇ ਨੇ ਜੰਗ ਹਾਰੀ ਤੇ ਆਪਣਾ ਰਾਜ ਭਾਗ ਜਿਹੜਾ ਲੰਮੇ ਸਮੇਂ ਲਈ ਗਵਾ ਕੇ ਬੈਠ ਗਏ। ਅੰਗਰੇਜ਼ਾਂ ਨੂੰ ਕੱਢਣ ਵਾਸਤੇ ਇਸੇ ਤਰ੍ਹਾਂ ਹਿਸਟਰੀ ਗਵਾਹ ਹੈ 100 ਸਾਲ ਉਸ ਦੇਸ਼ ਲਈ ਜੰਗ ਲੜਿਆ, 100 ਦੇ ਵਿੱਚੋਂ 85% ਕੁਰਬਾਨੀਆਂ ਕੀਤੀਆਂ। ਅਸੀਂ ਪੁੱਛਣਾ ਚਾਹੁੰਦੇ ਹਾਂ ਤੁਹਾਨੂੰ ਕਿ ਇਸ ਦੇਸ਼ ਦੀ ਆਜ਼ਾਦੀ ਦੇ ਤੁਸੀਂ ਜਸ਼ਨ ਮਨਾਉਂਦੇ ਹੋ, ਇਹਦੇ ਵਾਸਤੇ ਤੁਸੀਂ ਕੀਤਾ ਕੀ ਹੈ? ਤੁਹਾਡੇ ਹੱਥ ਤਾਂ ਚੀਰਾ ਵੀ ਨਹੀਂ ਆਇਆ। ਸੋ ਜਦੋਂ ਖਾਲਸੇ ਪਰਉਪਕਾਰੀ ਨੇ ਇਸ ਦੇਸ਼ ਨੂੰ ਫਿਰ ਆਜ਼ਾਦ ਕਰਾਇਆ ਤੇ ਫਿਰ ਤੁਹਾਡੇ ਵਰਗੇ ਲੋਕਾਂ ਨੇ, ਮਕਾਰ ਹਿੰਦੂ ਹਾਕਮਾਂ ਨੇ ਫਿਰ ਵਾਸਤੇ ਪਾਏ ਕਿ ਸਾਡਾ ਸਿੱਖਾਂ ਦੇ ਨਾਲ 9 ਮਾਸ ਦਾ ਰਿਸ਼ਤਾ ਹੈ, ਸਿੱਖ ਦੇਸ਼ ਦੀ ਖੜਗ ਪੁਜਾ ਹਨ। ਐਸਾ ਚੋਗਾ ਪਾਇਆ, ਸਾਡੇ ਉਹ ਸਿੱਖ ਲੀਡਰ ਫਿਰ ਤੁਹਾਡੀਆਂ ਗੱਲਾਂ ਵਿੱਚ ਆ ਗਏ, ਤੁਹਾਡੇ ਤੇ ਵਿਸ਼ਵਾਸ ਕਰਕੇ ਭਾਰਤ ਨਾਲ ਰਹਿਣਾ ਇਹ ਫੈਸਲਾ ਕਰ ਲਿਆ ਹੈ। ਪਰ ਤੁਸੀਂ 15 ਅਗਸਤ 1947 ਤੋਂ ਬਾਅਦ ਆਪਣੇ ਇਰਾਦੇ ਛੇਤੀ ਸਪਸ਼ਟ ਕਰ ਦਿੱਤੇ।
10 ਅਕਤੂਬਰ 1947 ਨੂੰ ਇੱਕ ਆਰਡੀਨੈਂਸ ਜਾਰੀ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਨੇ ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਹੈ ਕਿ ਇਹ ਕੌਮ ਲੁੱਟਾਂ ਖੋਹਾਂ ਕਰਨ ਵਾਲੀ, ਇਹ ਡਾਕੇ ਮਾਰਨ ਵਾਲੀ, ਇਹ ਲੁਟੇਰੇ ਹਨ। ਇਹਦੇ ਨਾਲੋਂ ਵੱਡੀ ਗਦਾਰੀ, ਇਹਦੇ ਨਾਲੋਂ ਵੱਡੀ ਮਕਾਰੀ, ਇਹਦੇ ਨਾਲੋਂ ਵੱਡਾ ਵਿਸ਼ਵਾਸਘਾਤ ਤੁਹਾਡਾ ਕੀ ਹੋ ਸਕਦਾ ਹੈ। ਸੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅੱਜ ਤੱਕ ਖਾਲਸੇ ਨੇ ਜਿੰਨਾ ਚਿਰ ਹਿੰਦੁਸਤਾਨ ਨੂੰ, ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਲੜਾਈ ਲੜੀ ਹੈ, ਇੱਕ ਵੀ ਲੜਾਈ ਆਪਣੇ ਵਾਸਤੇ ਨਹੀਂ, ਉਹ ਸਿਰਫ ਤੇ ਸਿਰਫ ਇਸ ਦੇਸ਼ ਨੂੰ ਅਤੇ ਤੁਹਾਨੂੰ ਬਚਾਉਣ ਵਾਸਤੇ ਕੀਤੀ ਹੈ। ਪਰ ਤੁਸੀਂ ਸਾਡੇ ਨਾਲ ਪੈਰ ਪੈਰ ਤੇ ਗਦਾਰੀਆਂ ਕੀਤੀਆਂ। ਉਸ ਤੋਂ ਬਾਅਦ ਭਾਰਤ ਦੀ ਆਜ਼ਾਦੀ ਤੋਂ ਬਾਅਦ ਜਦੋਂ ਸਟੇਟਾਂ ਬਣਨ ਦਾ ਕੰਮ ਆਇਆ ਤੇ ਪੰਜਾਬ ਸਟੇਟ ਬਣਾਉਣ ਵਾਸਤੇ, ਪੰਜਾਬੀ ਸੂਬਾ ਬਣਾਉਣ ਵਾਸਤੇ, ਬਾਕੀ ਸਟੇਟਾਂ ਬਣਾਉਣ ਵਾਸਤੇ ਕਿਸੇ ਵੀ ਹਿੰਦੂ ਹਾਕਮ ਦਾ ਇੱਕ ਤਿਲ ਵੀ ਕੋਈ ਕਿਤੇ ਉਹਦਾ ਨੁਕਸਾਨ ਨਹੀਂ ਹੋਇਆ। ਪਰ ਪੰਜਾਬੀ ਸੂਬਾ ਬਣਾਉਣ ਵਾਸਤੇ ਸਾਨੂੰ ਸਿੱਖਾਂ ਨੂੰ 60,000 ਕੁਰਬਾਨੀਆਂ ਦੇਣੀਆਂ ਪਈਆਂ ਅਤੇ ਇੰਦਰਜੀਤ ਸਿੰਘ ਭਚੰਗੀ ਵਰਗੇ ਲੋਕਾਂ ਬੱਚਿਆਂ ਨੂੰ ਜਿਹੜੇ ਕਿ ਪੰਜਾਬੀ ਸੂਬੇ ਦੇ ਪਹਿਲੇ ਸ਼ਹੀਦ ਹੋਏ ਹਨ, ਉਹਨਾਂ ਨੂੰ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਤੇ ਤੁਹਾਡੀ ਉਸ ਫੋਰਸ ਨੇ, ਤੁਹਾਡੇ ਉਹਨਾਂ ਟੁੱਕੜ ਬੋਚਾਂ ਨੇ ਚੱਕ ਕੇ ਜਿਉਂਦੇ ਨੂੰ ਖੂਹ ਵਿੱਚ ਉਸ ਬੱਚੇ ਨੂੰ ਸਿੱਟ ਦਿੱਤਾ ਹੈ। ਸਾਨੂੰ ਇਹ ਸਭ ਕੁਝ ਭੁੱਲਿਆ ਨਹੀਂ। ਜਿਸ ਤਰ੍ਹਾਂ ਪੰਜਾਬੀ ਸੂਬਾ ਬਣਾਉਣ ਵਾਸਤੇ ਸਾਡੇ ਨਾਲ ਤੁਸੀਂ ਦਗਾ ਕੀਤਾ ਹੈ, ਪੰਜਾਬੀ ਬੋਲਦੇ ਇਲਾਕੇ ਜਿਹੜਾ ਕਦੇ 3,500 ਵਰਗ ਮੀਟਰ ਜਿਹੜਾ ਆਜ਼ਾਦ ਭਾਰਤ ਦੇ ਵਿੱਚ ਇਹ ਪੰਜਾਬ ਦਾ ਖਿੱਤਾ ਸੀ, ਉਹ ਅੰਗਰੇਜ਼ਾਂ ਤੋਂ ਵਾਪਸ ਲੈਣ ਵੇਲੇ ਜਦੋਂ ਹਿੰਦੋ ਪਾਕਿਸਤਾਨ ਦੀ ਵੰਡ ਪਈ ਇਹ 1,500 ਵਰਗ ਮੀਟਰ ਰਹਿ ਗਿਆ ਤੇ ਅੱਜ ਉਸ ਪੰਜਾਬ ਦੀ ਧਰਤੀ ਨੂੰ ਤੁਸੀਂ 50,000 ਵਰਗ ਮੀਟਰ ਵਿੱਚ ਸਮੇਟ ਕੇ ਰੱਖ ਦਿੱਤਾ। ਤੇ ਅਸੀਂ ਇਹ ਬਾਰ-ਬਾਰ ਕਿਹਾ ਕਿ ਜਦੋਂ ਪੰਜਾਬੀ ਸੂਬੇ ਦੀ ਗੱਲ ਆਉਂਦੀ ਹੈ, ਜਦੋਂ ਉਹ ਸਾਡੇ ਜਿਹੜੇ ਇਲਾਕੇ ਆ ਤੁਸੀਂ ਉਸ ਪਾਸੇ ਰਲਾਏ ਤੇ ਪੰਜਾਬੀ ਸਿੱਖਾਂ ਨੇ ਉਸ ਵੇਲੇ ਤੋਂ ਹੀ ਆਪਣੇ ਇਸ ਪੰਜਾਬ ਦੀ ਪਿਆਰੀ ਧਰਤੀ ਲਈ ਚੱਪੇ-ਚੱਪੇ ਤੇ ਖੂਨ ਡੋਲਿਆ। ਭਾਵੇਂ ਮੁਗਲ ਸਮੇਂ ਤੋਂ ਹੀ ਇਸ ਤਰ੍ਹਾਂ ਕਰਦੇ ਆਏ ਹਾਂ, ਪਰ ਤੁਸੀਂ ਜੋ ਕੁਝ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਡੀ ਕੌਮ ਨਾਲ ਕੀਤਾ ਹੈ, ਸਿੱਖਾਂ ਨਾਲ ਕੀਤਾ ਹੈ, ਇਹ ਨਾ ਭੁੱਲਣ ਵਾਲਾ ਹੈ, ਨਾ ਭੁਲਾਉਣ ਵਾਲਾ ਹੈ। ਅਸੀਂ ਇਹ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਹੁਣ ਭਾਰਤ ਦੇ ਵਿੱਚ ਸਿੱਖ ਆਪਣਾ ਵਸੇਬਾ ਨਹੀਂ ਕਰ ਸਕਦੇ। ਸਿੱਖ ਆਪਣਾ ਵੱਖਰਾ ਦੇਸ਼ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਆਪਣੀ ਵੱਖਰੀ ਬਫਰ ਸਟੇਟ ਲਈ ਲੜਾਈ ਲੜ ਰਹੀ ਹੈ। ਲੋਕਤੰਤਰ ਤਰੀਕੇ ਦੇ ਨਾਲ ਸਿੱਖ ਸਿਧਾਂਤਾਂ ਨੂੰ ਵੀ ਵਿਸਾਰਿਆ ਨਹੀਂ। ਲੰਬਾ ਸਮਾਂ ਅਸੀਂ ਉਸ ਹਾਕਮ ਦੇ ਨਾਲ ਹਥਿਆਰਬੰਦ ਸੰਘਰਸ਼ ਵੀ ਕੀਤਾ ਹੈ, ਜਿਹਦੇ ਵਿੱਚ ਇਹਨਾਂ ਹਾਕਮਾਂ ਨੂੰ ਸਾਡੇ ਉਹਨਾਂ ਜੁਝਾਰੂਆਂ ਨੇ ਨਾਨੀ ਚੇਤੇ ਕਰਾ ਦਿੱਤੀ ਤੇ ਅੱਜ ਵੀ ਜੁਝਾਰੂ ਸਿੰਘਾਂ ਨੂੰ ਯਾਦ ਕਰਕੇ ਹਿੰਦੁਸਤਾਨ ਦੇ ਹਾਕਮ ਬੜਬੜਾ ਕੇ ਉੱਠਦੇ ਹਨ। ਲੋਕਤੰਤਰ ਤਰੀਕੇ ਦੇ ਨਾਲ ਸਿੱਖ ਕੌਮ ਹੁਣ ਦੁਨੀਆ ਭਰ ਦੀਆਂ ਸਰਕਾਰਾਂ ਨੂੰ UN ਤੱਕ ਇਹ ਆਵਾਜ਼ ਪਹੁੰਚਾ ਚੁੱਕੀ ਹੈ ਕਿ ਹਿੰਦੁਸਤਾਨ ਦੇ ਨਾਲ ਰਹਿਣਾ ਹੁਣ ਸਿੱਖਾਂ ਦਾ ਨਾਮੁਮਕਿਨ ਹੈ, ਕਿਉਂਕਿ ਉਸ ਤੋਂ ਬਾਅਦ 78 ਦੇ ਮੋਰਚੇ ਵਿੱਚ ਉਸ ਤੋਂ ਬਾਅਦ ਜੋ ਕੁਝ ਤੁਸੀਂ ਸਾਡੇ ਨਾਲ ਕੀਤਾ ਹੈ, 2.5 ਲੱਖ ਸਿੱਖ ਸ਼ਹੀਦ ਹੋ ਚੁੱਕਾ ਹੈ। ਉਹਨਾਂ ਸ਼ਹੀਦਾਂ ਦੀ ਸਾਨੂੰ ਕਸਮ ਹੈ ਜਦੋਂ ਤੱਕ ਅਸੀਂ ਖਾਲਿਸਤਾਨ ਆਜ਼ਾਦ ਨਹੀਂ ਕਰਾ ਲੈਂਦੇ ਉਹਨਾਂ ਚਿਰ ਇਹ ਕੌਮ ਚੈਨ ਨਾਲ ਨਹੀਂ ਬੈਠੇਗੀ। ਇੱਕ ਦਿਨ ਸਮਾਂ ਆਏਗਾ ਖਾਲਸੇ ਦੇ ਰਾਜ ਦਾ ਝੰਡਾ ਇਸ ਦੁਨੀਆ ਦੇ ਉੱਤੇ ਝੁੱਲੇਗਾ, ਇਹਨੂੰ ਕੋਈ ਤਾਕਤ ਰੋਕਣ ਵਾਲੀ ਨਹੀਂ ਹੈ। ਚਾਹੇ ਸਾਨੂੰ ਲੋਕਤੰਤਰ ਤਰੀਕੇ ਨਾਲ ਕੰਮ ਕਰਨੇ ਪੈਣ ਔਰ ਚਾਹੇ ਸਾਨੂੰ ਸਿੱਖ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਹੋਇਆਂ ਆਪਣੇ ਹੱਥੀਂ ਆਪਣਾ ਆਪ ਹੀ ਕਾਜ ਸਵਾਰੀਏ ਵਾਲੀ ਗੱਲ ਤੇ ਚੱਲਣਾ ਪਵੇ। ਔਰ ਅਸੀਂ ਹਾਕਮਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਦੇ ਇਹ 15 ਅਗਸਤ ਦੇ ਜਸ਼ਨਾਂ ਨਾਲ ਸਿੱਖ ਕੌਮ ਦਾ ਕੋਈ ਲੈਣਾ ਦੇਣਾ ਨਹੀਂ। ਸਿੱਖ ਕੌਮ ਅੱਜ ਦੇ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਂਦੀ ਹੈ ਤੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਤੱਕ, ਆਉਣ ਵਾਲੀਆਂ ਨਸਲਾਂ ਤੱਕ ਇਹ ਸੰਘਰਸ਼ ਜਾਰੀ ਰੱਖਾਂਗੇ ਜਦੋਂ ਤੱਕ ਖਾਲਸੇ ਦਾ ਆਪਣਾ ਰਾਜ ਭਾਗ ਸਥਾਪਿਤ ਨਹੀਂ ਹੋ ਜਾਂਦਾ। ਦਾਸ ਅਖੀਰ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਾ ਹੈ ਤੇ ਇਸ ਸੰਘਰਸ਼ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਸਤੇ ਇਕਮੁੱਠ ਹੋ ਕੇ ਸੰਘਰਸ਼ ਵਿੱਚ ਚੱਲਣ ਦਾ ਵਾਅਦਾ ਕਰਦਾ ਹੈ। ਇੰਨਾ ਕੁਝ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੀਆਂ ਕੁਰਬਾਨੀਆਂ ਸਦਕਾ ਹੋਂਦ ਵਿੱਚ ਆਈ ਆਜ਼ਾਦੀ ਦਾ ਨਿੱਘ ਮਾਣਨ ਵਾਲੇ ਭਾਰਤੀ ਕਰਿੰਦਿਓ,
ਤੁਸੀਂ ਇਹ ਗੱਲ ਬਿਲਕੁਲ ਭੁੱਲ ਕੇ ਤੁਸੀਂ ਇਹ ਗੱਲ ਬਿਲਕੁਲ ਭੁੱਲ ਚੁੱਕੇ ਹੋ ਕਿ ਜੋ ਆਜ਼ਾਦੀ ਦਾ ਨਿੱਘ ਤੁਸੀਂ ਅੱਜ ਮਾਣ ਰਹੇ ਹੋ ਇਹ ਸਿਰਫ ਸਿੱਖਾਂ ਦੀ ਬਦੌਲਤ ਤੁਹਾਨੂੰ ਪ੍ਰਾਪਤ ਹੋਈ ਹੈ। ਜੋ ਕਿਰਤ ਘਣਤਾ ਦਾ ਸਬੂਤ ਤੁਸੀਂ ਸਿੱਖ ਕੌਮ ਨਾਲ ਦਿੱਤਾ ਹੈ, ਇਸ ਦੇ ਫਲਸਰੂਪ ਹੀ ਸਾਨੂੰ ਆਪਣੇ ਆਜ਼ਾਦ ਘਰ ਖਾਲਸਤਾਨ ਦਾ ਮੁੱਢ ਬੰਨ੍ਹਣਾ ਪਿਆ ਹੈ, ਜੋ ਅਸੀਂ ਪ੍ਰਾਪਤ ਕਰਕੇ ਹੀ ਰਹਾਂਗੇ। ਤੁਸੀਂ ਇੱਕ ਨਹੀਂ, ਹਰ ਇੱਕ ਸਮੇਂ ਤੇ ਪੈਰ ਤੇ ਸਿੱਖਾਂ ਨਾਲ ਧੋਖੇ ਕੀਤੇ ਹਨ। ਇੱਥੋਂ ਤੱਕ ਕਿ ਤੁਸੀਂ ਇਕੱਲੇ ਸਿੱਖਾਂ ਨਾਲ ਹੀ ਨਹੀਂ, ਮੁਸਲਮਾਨ ਕਸ਼ਮੀਰੀ ਵੀਰਾਂ ਨਾਲ, ਗੁਜਰਾਤ ਵਿੱਚ ਮੁਸਲਮਾਨਾਂ ਨਾਲ, ਉੜੀਸਾ ਵਿੱਚ ਕ੍ਰਿਸਚਨਾਂ ਨਾਲ ਤੇ ਹੋਰ ਦਲਿਤ ਵੀਰਾਂ ਨਾਲ ਹਰ ਇੱਕ ਸਮੇਂ ਤੇ ਉਹਨਾਂ ਨੂੰ ਹਿੰਦੂ ਹੋਣ ਦਾ ਅਹਿਸਾਸ ਕਰਾਉਣ ਦਾ ਪੂਰਾ ਤੁਸੀਂ ਟਿੱਲ ਲਾ ਰੱਖਿਆ ਹੈ, ਜਿਸ ਦੀ ਵਜ੍ਹਾ ਕਾਰਨ ਹੀ ਭਾਰਤ ਇੱਕ ਦਿਨ 7-8 ਟੁਕੜਿਆਂ ਵਿੱਚ ਵੰਡਿਆ ਜਾਵੇਗਾ, ਜੋ ਕਿ ਇਹ ਤੁਹਾਡੀ ਕਿਰਤ ਘਣਤਾ ਦਾ ਬਹੁਤ ਵੱਡਾ ਸਬੂਤ ਹੋਵੇਗਾ। ਬਿਹਤਰ ਤੁਹਾਨੂੰ ਇਹੀ ਹੋਵੇਗਾ ਜੇ ਜੋ ਹਾਲਾਤ ਤੁਸੀਂ ਬਣਾ ਦਿੱਤੇ ਹਨ ਇਹਨਾਂ ਨੂੰ ਹਾਲੇ ਵੀ ਕਾਬੂ ਕਰਨ ਲਈ ਤੁਸੀਂ ਵੱਖ-ਵੱਖ ਖਿੱਤਿਆਂ ਨੂੰ ਆਜ਼ਾਦੀ ਦੇ ਦੇਵੋ, ਤਾਂ ਕਿ ਤੁਸੀਂ ਵੀ ਆਪਣਾ ਆਨੰਦ ਮਾਣ ਸਕੋ, ਅਸੀਂ ਵੀ ਆਪਣਾ ਆਨੰਦ ਮਾਣ ਸਕੀਏ। ਵਰਨਾ ਇਹ ਤੁਹਾਨੂੰ ਸੌਦਾ ਬਹੁਤ ਮਹਿੰਗਾ ਪਵੇਗਾ, ਹਰ ਇੱਕ ਕੀਮਤ 'ਤੇ ਤੁਹਾਨੂੰ ਇੱਕ ਦਿਨ ਇਸ ਦਾ ਮੁੱਲ ਤਾਰਨਾ ਪਵੇਗਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਲੈ ਕੇ ਰਹਾਂਗੇ, ਖਾਲਿਸਤਾਨ ਬਣ ਕੇ ਰਹੇਗਾ, ਖਾਲਿਸਤਾਨ ਉਨਜ਼ਰੇ ਹੈਮਰ, ਉਨਜ਼ਰੇ ਹੈਮਰ, ਉਨਜ਼ਰੇ ਹੈਮਰ, ਵੀ ਆ ਬੋਲਨ, ਵੀ ਆ ਬੋਲਨ, ਵੀ ਆ ਬੋਲਨ, ਵੀ ਆ ਬੋਲਨ, ਉਨਜ਼ਰੇ ਹੈਮਰ, उनजरे हैमर, खालिस्तान जिंदाबाद, खालिस्तान जिंदाबाद, लाके रहेंगे, खालिस्तान बन के रहेगा, खालिस्तान लाके रहेंगे, खालिस्तान बन के रहेगा, खालिस्तान, खालिस्तान जिंदाबाद। वाहिगुरु जी का खालसा, वाहिगुरु जी की फतेह। भाई रजिंदर सिंह जी ਬੱਬਰ ਖਾਲਸਾ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਹਨ। ਹੁਣ ਮੈਂ ਬੇਨਤੀ ਕਰੂੰਗਾ ਜੋ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਆਗੂ ਭਾਈ ਬਲਵੀਰ ਸਿੰਘ ਹੋਣਾ ਨੂੰ ਕਿ ਉਹ ਆ ਕੇ ਆਪਣੇ ਵਿਚਾਰ ਰੱਖਣ। ਭਾਈ ਬਲਵੀਰ ਸਿੰਘ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਹਿੰਦੁਸਤਾਨ ਦੀ ਗੌਰਮੈਂਟ ਨੂੰ ਦੱਸਣਾ ਚਾਹੁੰਦੇ ਹਾਂ, ਅਸੀਂ ਗਿਣਤੀ ਦੇ ਵਿੱਚ ਭਾਵੇਂ ਥੋੜ੍ਹੇ ਹਾਂ, ਸਾਡੇ ਇਰਾਦੇ ਦ੍ਰਿੜ ਹਨ। ਅਸੀਂ ਖਾਲਸਾ ਦੀ ਮੰਜ਼ਿਲ ਤੱਕ ਲੜਾਈ ਜਾਰੀ ਰੱਖਾਂਗੇ। ਜਦ ਤੱਕ ਖਾਲਸਾ ਆਜ਼ਾਦ ਨਹੀਂ ਕਰਾ ਲੈਂਦੇ ਉਨਾ ਚਿਰ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਅਸੀਂ ਇਹ ਸਾਰੀਆਂ ਜਥੇਬੰਦੀਆਂ ਸਾਰੇ ਸੰਗਤ ਨੂੰ ਵਚਨਬੱਧ ਹਾਂ, ਅਸੀਂ ਕਦੇ ਵੀ ਇਸ ਕੰਮ ਤੋਂ ਉਨਾ ਚਿਰ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਖਾਲਸਾ ਨਹੀਂ ਬਣ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੇ ਫਿਰ ਦ੍ਰਿੜ ਕਰਾਇਆ ਹੈ ਕਿ ਸਾਡੀ ਜੋ ਲੜਾਈ ਹੈ ਉਹ ਖਾਲਿਸਤਾਨ ਦੀ ਹੈ। ਸਿੱਖ ਕੌਮ ਭਾਵੇਂ ਤੁਸੀਂ ਇਹ ਕਹਿੰਦੇ ਹੋ ਕਿ ਇਹ ਅੱਜ ਜੋ ਇਸ ਸੰਘਰਸ਼ ਦੀ ਤੁਸੀਂ ਕਿਸੇ ਤਰੀਕੇ ਦੇ ਨਾਲ ਸ਼ਾਇਦ ਚਾਹੁੰਦੇ ਹੋ ਕਿ ਇਸ ਨੂੰ ਦਬਾ ਲਵਾਂਗੇ, ਲੇਕਿਨ ਸਿੱਖ ਕੌਮ ਖਾਲਿਸਤਾਨ ਦੀ ਨਿਸ਼ਾਨੇ ਤੱਕ ਆਪਣੀ ਜੱਦੋ-ਜਹਿਦ ਹੈ ਜੋ ਜਾਰੀ ਰੱਖੂਗੀ, ਕਿਉਂਕਿ ਹਰ ਇੱਕ ਬੁਲਾਰੇ ਨੇ ਤੁਹਾਨੂੰ ਇਹ ਚੈਲੰਜ ਕੀਤਾ ਹੈ ਅਤੇ ਇਹ ਆਪਣਾ ਸੁਨੇਹਾ ਦਿੱਤਾ ਹੈ ਕਿ ਤੁਸੀਂ ਜਿਹੋ ਜਿਹੇ ਮਰਜ਼ੀ ਜੋ ਹੈ ਹੋਸੇ ਹਥਿਆਰ ਵਰਤ ਲਓ, ਜਿਹੋ ਜਿਹੀਆਂ ਮਰਜ਼ੀ ਆਪਣੀਆਂ ਪਾਲਿਸੀਆਂ ਦੇ ਰਾਹੀਂ, ਚਾਣਕੀਆਂ ਨੀਤੀਆਂ ਰਾਹੀਂ ਸਿੱਖ ਕੌਮ ਨੂੰ ਗੁੰਮਰਾਹ ਕਰਕੇ ਜਾਂ ਤੁਸੀਂ ਆਪਣੇ ਹੋਰ ਕੋਝੀਆਂ ਹੱਥ ਕੰਡਿਆਂ ਦੇ ਰਾਹੀਂ ਦਬਾਉਣ ਦੀ ਕੋਸ਼ਿਸ਼ ਕਰੋ। ਲੇਕਿਨ ਸਿੱਖ ਕੌਮ ਜੋ ਅੱਜ ਸਿੱਖ ਕੌਮ ਦਾ ਬੱਚਾ ਜਾਗ ਉੱਠਿਆ ਹੈ ਅਤੇ ਆਪਣੇ ਆਜ਼ਾਦ ਵਤਨ ਖਾਲਿਸਤਾਨ ਦੀ ਜੱਦੋ-ਜਹਿਦ ਦੇ ਵਿੱਚ ਨਿਰੰਤਰ ਜੋ ਹਿੱਸਾ ਪਾਉਂਦਾ ਆ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਜੋ ਜਰਮਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਅੱਜ ਪਹੁੰਚ ਕੇ ਜੋ ਤੁਸੀਂ ਇੱਥੇ ਆਪਣੇ ਆਜ਼ਾਦੀ ਦੇ ਜਸ਼ਨ ਮਨਾਉਣ ਦੀਆਂ ਤਿਆਰੀਆਂ ਕੀਤੀਆਂ, ਲੇਕਿਨ ਸਿੱਖ ਕੌਮ ਦੇ ਜੋ ਵਿਦਰੋਹ ਦਾ ਸਾਹਮਣਾ ਕਰਦਿਆਂ, ਸਿੱਖ ਕੌਮ ਦੇ ਰੋਹ ਦਾ ਸਾਹਮਣਾ ਕਰਦਿਆਂ ਤੁਸੀਂ ਆਪਣੇ ਇਸ ਹਾਊਸ ਦੇ ਦਰਵਾਜ਼ੇ ਬੰਦ ਕਰਕੇ ਅੰਦਰ ਬੈਠੇ ਹੋ, ਕਿਉਂਕਿ ਖਾਲਸਾ ਪੰਥ ਤੁਹਾਡੇ ਘਰ ਦੇ ਮੋਹਰੇ ਤੁਹਾਨੂੰ ਲਲਕਾਰ ਰਿਹਾ ਹੈ ਅਤੇ ਤੁਹਾਡੀਆਂ ਜੋ ਕੀਤੀਆਂ ਹੋਈਆਂ ਗਲਤੀਆਂ ਹਨ, ਜੋ ਤੁਹਾਡੀਆਂ ਵਧੀਕੀਆਂ ਹਨ, ਜੋ ਤੁਹਾਡੇ ਜ਼ਬਰ ਜ਼ੁਲਮ ਹੈ, ਉਹ ਤੁਹਾਡੇ ਬੂਹੇ
ਬੂਹੇ ਦੇ ਸਾਹਮਣੇ ਤੁਹਾਡਾ ਉਹ ਭਾਂਡਾ ਭੰਨ ਕੇ ਦੁਨੀਆ ਦੇ ਲੋਕਾਂ ਨੂੰ ਇਹ ਇੰਟਰਨੈਸ਼ਨਲ ਸ਼ਹਿਰ ਫਰੈਂਕਫਰਟ ਦੀ ਧਰਤੀ ਦੇ ਉੱਤੇ ਆਪਣਾ ਸੁਨੇਹਾ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਸਿੱਖ ਕੌਮ ਨੂੰ ਤੁਸੀਂ ਜੋ ਸਿੱਖ ਕੌਮ ਦੇ ਉੱਤੇ ਅਤਿਆਚਾਰ ਕੀਤੇ ਹਨ, ਕਿਸ ਤਰ੍ਹਾਂ ਤੁਸੀਂ ਜੋ ਤੁਹਾਡਾ ਜੋ ਚਿਹਰਾ ਹੈ ਉਹ ਤੁਹਾਡਾ ਮੀਡੀਆ ਦੇ ਸਾਹਮਣੇ ਹੋਰ ਹੈ ਅਤੇ ਅਸਲੀ ਜੋ ਤੁਹਾਡਾ ਚਿਹਰਾ ਹੈ ਉਹ ਹੋਰ ਹੈ। ਹੁਣ ਮੈਂ ਬੇਨਤੀ ਕਰੂੰਗਾ ਭਾਈ ਜਤਿੰਦਰਵੀਰ ਸਿੰਘ ਨੂੰ ਕਿ ਉਹ ਆ ਕੇ ਆਪਣੇ ਵਿਚਾਰ ਰੱਖਣ। ਭਾਈ ਜਤਿੰਦਰਵੀਰ ਸਿੰਘ ਕਰਨੇ ਲੰਬਾ ਸੁਣ ਕੇ परम सत्कारयोग गुरु प्यारी साध संगत जीओ, गज के फतेह बुलाओ। वाहेगुरु जी का खालसा, वाहेगुरु जी की फतेह। गुरु प्यारी साध संगत जी, अज असी इस हिंदुस्तानी नुमाइंदगी करन वाली इंडियन कौंसलेट दे सामने अज हिंदुस्तान दा ओ करूर चेहरा दुनिया दे सामने रखण आए हैं। जिहड़ी क्रूरता पिछले 70 सालों तो इस हिंदुस्तान दी सरकार ने हिंदुस्तान दे विच रहण वाले हिंदुस्तानी मूल निवासी जिन्हां नूं दलित कहा जांदा, जिन्हां नूं दलित आख्या जांदा, मुसलमान भरा, क्रिश्चियन भरा ते सिखां नूं पिछले 70 सालों तो हर मसलिਆਂ ਦੇ ਲਈ ਉਹਨਾਂ ਨੂੰ ਜਿੱਥੇ ਵੀ ਕਿਤੇ ਉਹਨਾਂ ਨੇ ਆਪਣੇ ਹੱਕਾਂ ਦੀ ਮੰਗ ਕੀਤੀ, ਉਹਨਾਂ ਨੂੰ ਉਸ ਦੇ ਬਦਲੇ ਕੋ ਕੇ ਗੋਲੀਆਂ ਦੇ ਨਾਲ ਮਾਰਿਆ ਗਿਆ। 1947 ਤੋਂ ਨਾਗਾਲੈਂਡ ਦੇ ਵਿੱਚ ਸਪੈਸ਼ਲ ਸਿਕਿਉਰਿਟੀ ਐਕਟ ਲੱਗਾ ਹੋਇਆ ਹੈ। ਪਿਛਲੇ 70 ਸਾਲਾਂ ਤੋਂ ਉੱਥੇ ਦੀਆਂ 3 ਸਟੇਟਾਂ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ, ਪੰਜਾਬ ਦੀ ਧਰਤੀ ਦੇ ਵਿੱਚ 20 ਸਾਲ ਇਹ ਐਕਟ ਲੱਗਾ ਰਿਹਾ ਔਰ ਇਸ ਐਕਟ ਦੇ ਤਹਿਤ ਲੱਖਾਂ ਦੇ ਤਦਾਦ ਦੇ ਵਿੱਚ ਘੱਟ ਗਿਣਤੀਆਂ ਨੂੰ ਕੋ ਕੇ ਮਾਰਿਆ। ਔਰ ਇਹ ਦੁਨੀਆ ਦੇ ਸਾਹਮਣੇ ਇਹ ਦੱਸਦੇ ਹੈ ਕਿ ਹਿੰਦੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਲੇਕਿਨ ਉਸ ਡੈਮੋਕ੍ਰੇਸੀ ਦੇ ਵਿੱਚ ਜਿੱਥੇ ਇਹਨਾਂ ਨੇ UNO ਦੇ ਚਾਰਟਰ ਦੇ ਵਿੱਚ ਵੀ ਸਾਈਨ ਕੀਤੇ ਹਨ ਕਿ ਹਰ ਇੱਕ ਨੂੰ ਆਪਣੇ ਅਧਿਕਾਰਾਂ ਦੀ ਗੱਲ ਕਰਨੇ ਦਾ ਪੂਰਾ ਹੱਕ ਹੈ। ਸਿੱਖ ਕੌਮ ਨੂੰ ਆਜ਼ਾਦੀ ਤੋਂ ਪਹਿਲਾਂ ਜਿਸ ਕੌਮ ਨੇ 80% ਤੋਂ ਉੱਪਰ ਕੁਰਬਾਨੀਆਂ ਦਿੱਤੀਆਂ ਤੇ ਉਸ ਵੇਲੇ ਇਸੇ ਹੀ ਕਾਂਗਰਸ ਦੇ ਲੀਡਰ ਇਹ ਕਹਿੰਦੇ ਸਨ, ਮਦਨ ਮੋਹਨ ਮੌਲਵੀਆ ਵਰਗੇ, कि हिंदुस्तान दे लोगों जे आज़ादी लैनी है तो अपने परिवार दा एक जी किसी एक जी नूं सिख बना दो तो हिंदुस्तान उसे ही दिन आज़ाद हो जाएगा। सिख आज़ादी लैना जानते हैं तो जदों इन्हां नूं आज़ादी मिल गई उस तो बाद इन्हां ने जो सब तो पहला तोहफा सिख कौम नूं दिता वो ये दिता कि सिख एक जराइम पेशा कौम है, इस कौम दे उपर कड़ी निगाह रखी जावे। महात्मा गांधी ने 1930 ਦੇ ਵਿੱਚ ਕਲਕੱਤੇ ਦੇ ਜਨਰਲ ਕਾਂਗਰਸ ਇਜਲਾਸ ਵਿੱਚ ਕਿਹਾ ਸੀ ਕਿ ਸਿੱਖੋ ਮੈਂ ਤੁਹਾਨੂੰ ਇਹ ਬਚਨ ਦਿੰਦਾ ਹਾਂ ਕਿ ਆਜ਼ਾਦ ਭਾਰਤ ਦੇ ਵਿੱਚ ਤੁਸੀਂ ਪੂਰੀ ਆਜ਼ਾਦੀ ਦਾ ਨਿੱਘ ਮਾਣੋਗੇ ਅਤੇ ਜੇ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਤੁਹਾਡੇ ਨਾਲ ਧੋਖਾ ਹੋਇਆ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਦਿੱਤੀ ਹੈ, ਤੁਸੀਂ ਇਸ ਤਲਵਾਰ ਦੀ ਪੂਰੀ ਵਰਤੋਂ ਕਰਨੀ ਹੈ ਔਰ ਇਹ ਤੁਹਾਡੀ ਵਰਤੋਂ ਧਰਮ ਲਈ ਹੋਵੇਗੀ ਤੇ ਪੂਰੀ ਜਾਇਜ਼ ਹੋਵੇਗੀ। ਇਹ ਉਸ ਸ਼ਖਸ ਦੇ ਲਫ਼ਜ਼ ਹਨ ਜਿਸ ਨੂੰ ਤੁਸੀਂ ਹਿੰਦੁਸਤਾਨ ਦਾ ਪਿਤਾ ਮਹਾਤਮਾ ਗਾਂਧੀ ਕਹਿੰਦੇ ਹੋ। ਲੇਕਿਨ ਹੋਇਆ ਐਨ ਉਸ ਦੇ ਉਲਟ। ਹਜੇ ਸਿੱਖ ਕੌਮ ਨੇ ਆਪਣੀ ਆਜ਼ਾਦੀ ਦੀ ਤਾਂ ਕੋਈ ਗੱਲ ਨਹੀਂ ਕੀਤੀ, ਉਹਨਾਂ ਨੇ ਸਿਰਫ ਇਹ ਗੱਲ ਆਖੀ ਕਿ ਸਾਨੂੰ ਪੰਜਾਬੀ ਸੂਬਾ ਦਿੱਤਾ ਜਾਵੇ ਤੇ ਉਸ ਸੂਬੇ ਨੂੰ ਲੈਣ ਦੇ ਲਈ ਹੀ ਸਿੱਖ ਕੌਮ ਨੂੰ ਤਕਰੀਬਨ 35 ਸਾਲ ਦਾ ਸੰਘਰਸ਼ ਕਰਨਾ ਪਿਆ। ਲੱਖਾਂ ਦੀ ਗਿਣਤੀ ਦੇ ਵਿੱਚ ਗ੍ਰਿਫਤਾਰੀਆਂ ਦੇਣੀਆਂ ਪਈਆਂ, ਸ਼ਹੀਦੀਆਂ ਪ੍ਰਾਪਤ ਕਰਨੀਆਂ ਪਈਆਂ। ਅੱਜ ਇਸ ਜਿੰਨੀਆਂ ਵੀ ਸਮੱਸਿਆਵਾਂ ਹਨ ਮੇਰੇ ਤੋਂ ਪਹਿਲਾਂ ਜਿਹੜੇ ਬੁਲਾਰੇ ਬੋਲ ਕੇ ਗਏ ਆ ਉਹ ਵਿਸਥਾਰ ਦੇ ਨਾਲ ਦੱਸ ਗਏ ਆ। ਮੌਜੂਦਾ ਤੁਹਾਡੇ ਨਾਲ ਸਿਰਫ ਤੁਹਾਨੂੰ ਇੱਕ ਸੁਨੇਹਾ ਦੇਣ ਆਏ ਆ ਕਿ ਜਿਸ ਤਰ੍ਹਾਂ ਪਹਿਲਾਂ ਵੀਰਾਂ ਨੇ ਇੱਥੇ ਗੱਲ ਕੀਤੀ ਕਿ ਤੁਹਾਡੇ ਏਲਚੀ
ਗੱਲਬਾਤ ਕਰਨ ਲਈ ਸਿੱਖ ਕੌਮ ਨੂੰ, ਸਿੱਖ ਜਥੇਬੰਦੀਆਂ ਨੂੰ ਜਿਹੜੀਆਂ ਬਾਹਰ ਵਿਦੇਸ਼ਾਂ ਦੇ ਵਿੱਚ ਸਿੱਖ ਕੌਮ ਦੀ ਆਜ਼ਾਦੀ ਲਈ ਲੜ ਰਹੀਆਂ ਹਨ, ਉਹਨਾਂ ਨੂੰ ਕਹਿ ਰਹੇ ਆ ਕਿ ਸਾਡੇ ਨਾਲ ਆ ਕੇ ਗੱਲ ਕਰੋ। ਅਸੀਂ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਿੱਖ ਕੌਮ ਆਪਣੀ ਕੌਮੀਅਤ ਦੇ ਅੰਡਰ, ਆਪਣੇ ਨਿਸ਼ਾਨ ਸਾਹਿਬ ਦੇ ਥੱਲੇ, ਆਪਣੀ ਆਜ਼ਾਦ ਪ੍ਰਤੀਕ ਦੇ ਵਜੋਂ ਤੁਹਾਡੇ ਨਾਲ ਗੱਲ ਕਰ ਸਕਦੀ ਆ। ਹਿੰਦੁਸਤਾਨ ਦੇ ਨੁਮਾਇੰਦਗੀ, ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨ ਕੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਏਗੀ। ਜਿਹੜੇ ਵਾਅਦੇ 1947 ਦੇ ਵਿੱਚ ਹੋਏ ਸੀ, ਉਹਨਾਂ ਵਾਅਦਿਆਂ ਨੂੰ ਬੇਸ ਬਣਾ ਕੇ ਗੱਲ ਕੀਤੀ ਜਾ ਸਕਦੀ ਹੈ। ਜਿਹੜੀ ਲੜਾਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਰੰਭ ਕੀਤੀ ਸੀ, ਉਸ ਤੋਂ ਪਹਿਲਾਂ ਸਿੱਖ ਕੌਮ ਨੇ 1973 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ ਸੀ। ਉਸ ਮਤੇ ਦੀ ਵਿਚਾਰਧਾਰਾ ਦੇ ਅਧੀਨ ਤੁਹਾਡੇ ਨਾਲ ਗੱਲ ਹੋ ਸਕਦੀ ਆ। ਤੇ ਜੇ ਤੁਸੀਂ ਇਹ ਸਮਝਦੇ ਆ ਕਿ ਤੁਸੀਂ ਸਾਨੂੰ ਇਹ ਲਾਲਚ ਦਿਓ ਕਿ ਸਾਨੂੰ ਇੰਡੀਆ ਜਾਣੇ ਦੇ ਵੀਜ਼ੇ ਦੇ ਦਿਓ, ਜਾਂ ਸਾਨੂੰ ਇੱਥੇ ਕਹੋ ਕਿ ਤੁਹਾਨੂੰ ਅਸੀਂ ਕੁਝ ਹੋਰ ਸਹੂਲਤਾਂ ਦਿੰਨੇ ਆ, ਇਹ ਭੁੱਲ ਜਾਓ। ਆ ਜਿੰਨੇ ਮੇਰੇ ਆਲੇ ਦੁਆਲੇ ਸਿੱਖ ਕੌਮ ਦੇ ਮਰਜੀਵੜੇ ਖੜੇ ਆ, ਇਹ ਤੁਹਾਡੇ ਕਿਸੇ ਲਾਲਚ ਨੂੰ, ਜਿਸ ਤਰ੍ਹਾਂ ਨਵਾਬ ਕਪੂਰ ਸਿੰਘ ਨੇ ਨਵਾਬੀ ਨੂੰ ਜੁੱਤੀ ਦੀ ਠੋਕਰ ਤੇ ਮਾਰਿਆ ਸੀ, ਉਸੇ ਤਰ੍ਹਾਂ ਤੁਹਾਡੇ ਸਾਰੇ ਲਾਲਚਾਂ ਨੂੰ ਅਸੀਂ ਜੁੱਤੀ ਦੀ ਨੋਕ ਤੇ ਠੁਕਰਾਉਂਦੇ ਆ। ਸਤਿ ਸ੍ਰੀ ਅਕਾਲ। ਜੇ ਗੱਲ ਕਰਨੀ ਆ ਤੇ 1947 ਦੇ ਵਾਅਦਿਆਂ ਦੇ ਪਲੇਟਫਾਰਮ ਦੇ ਉੱਪਰ ਜਦੋਂ ਮਰਜ਼ੀ ਗੱਲ ਕਰ ਲਓ। ਸਿੱਖ ਕੌਮ ਆਪਣੀ ਆਜ਼ਾਦ ਪ੍ਰਤੀਕਤਾ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਗੱਲ ਕਰੇਗੀ। ਜਿਹੜਾ ਸੰਘਰਸ਼ 1973 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ, ਉਸ ਮਤੇ ਦੇ ਅਧੀਨ ਤੁਹਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਇਸ ਤੋਂ ਵੱਧ ਜੇ ਤੁਸੀਂ ਸਮਝਦੇ ਹੋ ਕਿ ਕੋਈ ਗੱਲ ਕਰਨੀ ਚਾਹੁੰਦੇ ਹੋ ਤੇ ਆਪਣਾ ਸਮਾਂ ਨਾ ਵੇਸਟ ਕਰਿਓ, ਨਾ ਸਾਡਾ ਸਮਾਂ ਵੇਸਟ ਕਰਿਓ। ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਹੈਗੀ। ਇਹ ਭੁੱਲ ਜਾਇਓ ਕਿ ਇਹਨਾਂ ਗੱਲਾਂ ਤੋਂ ਇਲਾਵਾ ਅਸੀਂ ਤੁਹਾਡੇ ਨਾਲ ਕੋਈ ਗੱਲ ਕਰਾਂਗੇ। ਮੈਂ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਫਤਿਹ ਵਜਾਉਣਾ ਹਾਂ। ਆਓ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਜਤਿੰਦਰਵੀਰ ਸਿੰਘ, ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂ, ਜਿਨ੍ਹਾਂ ਨੇ ਬੜੇ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਜੋ ਹੈ ਕੌਮ ਦਾ ਸੁਨੇਹਾ, ਜੋ ਪੰਥਕ ਜਥੇਬੰਦੀਆਂ ਦਾ ਸੁਨੇਹਾ ਉਹ ਸਾਂਝਾ ਕੀਤਾ ਹੈ। ਅਤੇ ਜੋ ਸਿੱਖ ਕੌਮ ਦੀ ਲੜਾਈ ਹੈ, ਜੋ ਸਿੱਖ ਕੌਮ ਦਾ ਸੰਘਰਸ਼ ਹੈ, ਉਸ ਦੇ ਸੰਬੰਧ ਵਿੱਚ ਜੋ ਵਿਚਾਰਾਂ ਕੀਤੀਆਂ ਹਨ। ਅਤੇ ਹੁਣ ਮੈਂ ਬੇਨਤੀ ਕਰੂੰਗਾ ਭਾਈ ਗੁਰਵਿੰਦਰ ਸਿੰਘ ਜੀ ਕੋਹਲੀ ਕਿ ਉਹ ਗੁਰਿੰਦਰ ਸਿੰਘ ਜੀ ਕੋਹਲੀ ਹੁਣਾਂ ਨੂੰ, ਕਿ ਜੋ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੇ ਸਾਬਕਾ ਪ੍ਰਧਾਨ ਵੀ ਰਹੇ ਹਨ, ਉਹਨਾਂ ਨੂੰ ਬੇਨਤੀ ਕਿ ਉਹ ਆ ਕੇ ਆਪਣੇ ਵਿਚਾਰ ਸਾਂਝੇ ਕਰਨ। ਗੁਰਿੰਦਰ ਸਿੰਘ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 15 ਅਗਸਤ ਦਾ ਦਿਹਾੜਾ, ਜੋ ਕਿ ਭਾਰਤ ਦੀ ਆਜ਼ਾਦੀ ਦਾ ਦਿਹਾੜਾ ਹੈ, ਜਰਮਨ ਦੇ ਸਿੱਖ ਇਸ ਨੂੰ ਹਮੇਸ਼ਾ ਦੀ ਤਰ੍ਹਾਂ ਕਾਲੇ ਦਿਨ ਦੇ ਤੌਰ ਤੇ ਮਨਾ ਰਹੇ ਹਨ। ਜੋ ਜ਼ੁਲਮ ਹਿੰਦੂ ਸਰਕਾਰ ਵੱਲੋਂ ਸਿੱਖਾਂ ਤੇ ਕੀਤੇ ਗਏ ਹਨ, ਇਹਨਾਂ ਦੇ ਨਾਲ ਸਿੱਖਾਂ ਦਾ ਭਾਰਤ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ। ਇਸ ਦਾ ਇੱਕੋ ਇੱਕ ਹੱਲ ਹੈ ਖਾਲਿਸਤਾਨ, ਤੇ ਸਿੱਖ ਹਮੇਸ਼ਾ ਹੀ ਖਾਲਿਸਤਾਨ ਦੀ ਆਜ਼ਾਦੀ ਤੱਕ ਲੜਦੇ ਰਹਿਣਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਵਿੰਦਰ ਸਿੰਘ ਜੀ ਕੋਹਲੀ, ਜਿਨ੍ਹਾਂ ਨੇ ਆਪਣਾ ਨਿਸ਼ਚਾ, ਆਪਣਾ ਇਰਾਦਾ ਜੋ ਖਾਲਿਸਤਾਨ ਦੀ ਲੜਾਈ ਤੱਕ ਦਾ, ਜੋ ਆਪ ਜੀ ਦੇ ਨਾਲ ਜੋ ਵਿਚਾਰ ਆਪਣੇ ਜਕਾਰਿਆਂ ਦੇ ਰੂਪ ਵਿੱਚ ਸਾਂਝੇ ਕੀਤੇ ਹਨ। ਹੁਣ ਮੈਂ ਬੇਨਤੀ ਕਰੂੰਗਾ ਜੋ ਸਾਬਕਾ ਪ੍ਰਧਾਨ ਭਾਈ ਨਰਿੰਦਰ ਸਿੰਘ ਜੀ ਘੋਟਲਾ ਹੋਣਾ ਨੂੰ ਕਿ ਉਹ ਆ ਕੇ ਆਪਣੇ ਵਿਚਾਰ ਸਾਂਝੇ ਕਰਨ। ਭਾਈ ਨਰਿੰਦਰ ਸਿੰਘ ਜੀ ਘੋਟਲਾ। ਵਾਹਿਗੁਰੂ ਜੀ ਕਾ। ਜਰਮਨ ਦੇ ਦੂਰ ਦੁਰੇਡੇ ਸ਼ਹਿਰਾਂ ਤੋਂ ਫਰੈਂਕਫੋਰਟ 15 ਅਗਸਤ ਦਾ ਰੋਸ ਮੁਜ਼ਾਹਰਾ ਕਰਨ ਲਈ ਪਹੁੰਚੀ ਹੋਈ ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਵੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲੀ। ਸਿੱਖਾਂ ਨਾਲ ਵੀ ਅਨੇਕ ਵਾਅਦੇ ਕੀਤੇ ਗਏ ਕਿ ਭਾਰਤ ਦੇ ਉੱਤਰ ਵਿੱਚ ਇੱਕ ਸਪੈਸ਼ਲ ਖਿੱਤਾ ਉਹਨਾਂ ਨੂੰ ਦਿੱਤਾ ਜਾਏਗਾ ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਪਰ ਉਦੋਂ ਤੋਂ ਲੈ ਕੇ ਅੱਜ ਤੱਕ ਭਾਰਤੀ ਲੀਡਰਾਂ ਨੇ ਸਿੱਖਾਂ ਨਾਲ ਧਰੋਹ ਕਮਾਇਆ ਤੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਹਮੇਸ਼ਾ ਸਿੱਖਾਂ ਨੂੰ ਲਾਰਾ ਲੱਪਾ ਲਾ ਕੇ ਦਿਨ ਟਪਾਈ, ਡੰਗ ਟਪਾਈ ਕੀਤੀ ਜਾ ਰਹੀ ਹੈ। ਅੱਜ ਵੀ ਭਾਰਤ ਦੇ ਵਿੱਚ ਤੇ ਹੋਰ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਕੌਮ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਜੂਝ ਰਹੀ ਹੈ। ਭਾਰਤ ਦੇ ਵਿੱਚ ਵੀ ਦਲ ਖਾਲਸਾ ਤੇ ਸਿੱਖ ਫੈਡਰੇਸ਼ਨ, ਜਿਹੜੀ ਭਾਈ ਦਲਜੀਤ ਸਿੰਘ ਬਿੱਟੂ, ਉਹਨਾਂ ਨੇ ਇਕੱਠੇ ਹੋ ਕੇ
ਜਮਹੂਰੀਅਤ ਲੈਵਲ ਤੇ ਜਿਹੜਾ ਵੱਡਾ ਮੋਰਚਾ ਵਿੱਢਿਆ, ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਉਹਨਾਂ ਦਾ ਵੀ ਵੱਧ ਚੜ ਕੇ ਸਾਥ ਦਿੱਤਾ ਜਾਵੇ ਤੇ ਹੋਰ ਵੀ ਜਿਹੜਾ 15 ਅਗਸਤ ਦੇ ਜਿਹੜੇ 15 ਅਗਸਤ ਦਾ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਉਸ ਦਾ ਬਾਈਕਾਟ ਕੀਤਾ ਜਾਏ। ਬੋਲੇ ਸੋ ਨਿਹਾਲ, ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਨਰਿੰਦਰ ਸਿੰਘ ਜੀ ਘੋਤੜਾ ਜੋ ਸਾਬਕਾ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ, ਜਿਨ੍ਹਾਂ ਨੇ ਆਪਣੇ ਵਿਚਾਰਾਂ ਰਾਹੀਂ ਆਪਣੀ ਕੌਮ ਦੀ ਗੱਲ, ਆਪਣੇ ਸਿੱਖ ਪੰਥ ਦੀ ਗੱਲ ਕੀਤੀ ਹੈ। ਸੋ ਹੁਣ ਆਪਾਂ ਕੁਝ ਟਾਈਮ ਜੋ ਜਕਾਰੇ ਛੱਡਣੇ ਹਨ ਤਦ ਕਿ ਇਹਨਾਂ ਨੂੰ ਇਹ ਪਤਾ ਲੱਗ ਜਾਵੇ ਕਿ ਖਾਲਸਾ ਪੰਥ ਅਜੇ ਬਾਹਰ ਮੋਰਚਾ ਸੰਭਾਲੀ ਬੈਠਾ ਹੈ। ਬੋਲੇ ਸੋ ਨਿਹਾਲ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਹਿੰਦੂ ਸਾਮਰਾਜ ਮੁਰਦਾਬਾਦ, ਹਿੰਦੂ ਸਾਮਰਾਜ ਮੁਰਦਾਬਾਦ, ਖਾਲਿਸਤਾਨ ਜਿੰਦਾਬਾਦ, ਲੈ ਕੇ ਰਹਾਂਗੇ, ਖਾਲਿਸਤਾਨ ਲੈ ਕੇ ਰਹਾਂਗੇ, ਖਾਲਿਸਤਾਨ ਬਣਾ ਕੇ ਰਹਾਂਗੇ, ਖਾਲਿਸਤਾਨ ਲੈ ਕੇ ਰਹਾਂਗੇ, ਖਾਲਿਸਤਾਨ ਹਿੰਦੂ ਸਾਮਰਾਜ ਮੁਰਦਾਬਾਦ, ਹਿੰਦੂ ਸਾਮਰਾਜ ਮੁਰਦਾਬਾਦ, ਅਕਾਲ ਤਖਤ ਤੋਂ ਆਈ ਬਾਜ, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਬਾਜ, ਖਾਲਿਸਤਾਨ ਖਾਲਿਸਤਾਨ, ਲੈ ਕੇ ਰਹਾਂਗੇ, ਬਣਾ ਕੇ ਰਹਾਂਗੇ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਰਾਜ ਕਰੇਗਾ, ਖਾਲਸਾ ਰਾਜ ਕਰੇਗਾ, ਖਾਲਸਾ ਦੇਗ ਤੇਗ, ਦੇਗ ਤੇਗ, ਦੇਗ ਤੇਗ, ਰਾਜ ਕਰੇਗਾ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਹਿੰਦੂ ਸਾਮਰਾਜ ਮੁਰਦਾਬਾਦ, ਹਿੰਦੂ ਸਾਮਰਾਜ ਮੁਰਦਾਬਾਦ, ਇੰਡੀਸ਼ ਆਰਮੀ, ਇੰਡੀਸ਼ ਆਰਮੀ, ਇੰਡੀਸ਼ ਆਰਮੀ, ਇੰਡੀਸ਼ regierung, ਇੰਡੀਸ਼ regierung, ਇੰਡੀਸ਼ regierung, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਫਰਾਈਹਾਈਟ, 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 unsere Heimat, unsere Heimat, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਲੈ ਕੇ ਰਹਾਂਗੇ, ਖਾਲਿਸਤਾਨ ਲੈ ਕੇ ਰਹਾਂਗੇ, ਖਾਲਿਸਤਾਨ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਲੈ ਕੇ ਰਹਾਂਗੇ, ਬਣਾ ਕੇ ਰਹਾਂਗੇ, ਦੇਗ ਤੇਗ, ਦੇਗ ਤੇਗ, ਰਾਜ ਕਰੇਗਾ, ਰਾਜ ਕਰੇਗਾ, ਦੇਗ ਤੇਗ, ਲੈ ਕੇ ਰਹਾਂਗੇ, ਖਾਲਿਸਤਾਨ ਜਿੰਦਾਬਾਦ, ਹਿੰਦੂ ਸਾਮਰਾਜ ਮੁਰਦਾਬਾਦ, ਹਿੰਦੂ ਸਾਮਰਾਜ ਮੁਰਦਾਬਾਦ, ਲੈ ਕੇ ਰਹਾਂਗੇ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਲੈ ਕੇ ਰਹਾਂਗੇ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, ਲੈ ਕੇ ਰਹਾਂਗੇ, ਲੈ ਕੇ ਰਹਾਂਗੇ, ਖਾਲਿਸਤਾਨ ਜਿੰਦਾਬਾਦ, ਹਿੰਦੂ ਸਾਮਰਾਜ ਮੁਰਦਾਬਾਦ, ਹਿੰਦੂ ਸਾਮਰਾਜ ਮੁਰਦਾਬਾਦ, ਹਿੰਦੂ ਸਾਮਰਾਜ ਮੁਰਦਾਬਾਦ, ਨਾ ਹਿੰਦੂ ਨਾ ਹਿੰਦੁਸਤਾਨ, ਨਾ ਹਿੰਦੂ ਨਾ ਹਿੰਦੁਸਤਾਨ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਬੋਲੇ ਸੋ ਨਿਹਾਲ, ਰਾਜ ਕਰੇਗਾ, ਰਾਜ ਕਰੇਗਾ, ਰਾਜ ਕਰੇਗਾ, ਦੇਗ ਤੇਗ, ਦੇਗ ਤੇਗ, ਰਾਜ ਕਰੇਗਾ, ਰਾਜ ਕਰੇਗਾ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।